ਜਾਓਗੇ ਨਾ ਜਦੋਂ ਹਾਂਜੀ ਹੋ ਗਿਆ ਗਿਆਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸਾਰੰਗ ਕੀ ਵਾਰ ਦੀ ਵਿਚਾਰ ਆਪਸ ਦੇ ਵਿੱਚ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 11 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 12ਵੀਂ ਪੌੜੀ ਦੀ ਵਿਚਾਰ ਆਰੰਭ ਕਰ ਰਹੇ ਹਾਂ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਹੈ। ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 1242 ਤੇ ਅੰਕਿਤ ਹੈ। ਸ਼ਲੋਕ ਮਹਿਲਾ ਪਹਿਲਾ। ਹੋਰ ਸ਼ਰੀਕ ਹੋਵੇ ਕੋਈ ਤੇਰਾ, ਤਿਸ ਅੱਗੇ ਤੁਧ ਆਖਾਂ, ਤੁਧ ਅੱਗੇ ਤੁਧੇ ਸਾਲਾਹੀ, ਮੈਂ ਅੰਧੇ ਨਾਉ ਸੁਜਾਖਾ। ਹੋਰ ਸ਼ਰੀਕ ਹੋਵੇ ਕੋਈ ਤੇਰਾ ਦਾ ਮਤਲਬ, ਜੇ ਕੋਈ ਤੇਰਾ ਹੋਰ ਸ਼ਰੀਕ ਹੋਵੇ, ਮਤਲਬ ਤੇਰੇ ਵਰਗਾ ਜੇ ਕੋਈ ਹੋਰ ਹੋਵੇ ਤਾਂ ਮੈਂ ਉਹਦੇ ਅੱਗੇ ਤੇਰੀ ਗੱਲ ਕਰਾਂ। ਜੇ ਕੋਈ ਤੇਰੇ ਵਰਗਾ ਹੋਰ ਹੋਵੇ ਤਾਂ ਮੈਂ ਤੇਰੀ ਗੱਲ ਕਿਸੇ ਹੋਰ ਅੱਗੇ ਕਰਾਂ, ਪਰ ਤੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ। ਇੱਕ ਤੂੰ ਹੀ ਤੂੰ ਚਾਰ ਸਫੇਰੇ ਸਮਾਇਆ ਹੋਇਆ ਹੈ, ਪਸਰਿਆ ਹੋਇਆ ਹੈ। ਤੁਧ ਅੱਗੇ ਤੁਧੇ ਸਾਲਾਹੀ, ਮੈਂ ਅੰਧੇ ਨਾਉ ਸੁਜਾਖਾ। ਮੈਂ ਦਾ ਮਤਲਬ ਮੈਨੂੰ, ਸੁਜਾਖਾ ਦਾ ਮਤਲਬ ਅੱਖਾਂ ਦੇਣ ਵਾਲਾ, ਸੁਜਾਖਾ ਕਰਨ ਵਾਲਾ, ਯਾਨੀ ਗਿਆਨ ਦੇਣ ਵਾਲਾ। ਤੇਰੀ ਸਿਫਤ ਸਲਾਹ ਮੈਂ ਤੇਰੇ ਅੱਗੇ ਹੀ ਕਰ ਸਕਦਾ ਹਾਂ, ਭਾਵ ਕਿ ਤੇਰੇ ਵਰਗਾ ਮੈਂ ਤੈਨੂੰ ਹੀ ਆਖ ਸਕਦਾ ਹਾਂ। ਔਰ ਜਿਵੇਂ ਜਿਵੇਂ ਮੈਂ ਤੇਰੀ ਸਿਫਤ ਸਲਾਹ ਕਰਦਾ ਹਾਂ, ਤੇਰਾ ਨਾਮ ਦਾ ਮਤਲਬ ਜੋ ਤੇਰਾ ਨਾਮ ਹੈ, ਤੇਰਾ ਹੁਕਮ, ਤੇਰੀ ਸਿਫਤ ਸਲਾਹ ਹੈ, ਤਾਂ ਤੇਰੀ ਸਿਫਤ ਸਲਾਹ ਮੈਨੂੰ ਆਤਮਿਕ ਜੀਵਨ ਵੱਲੋਂ ਅੰਨੇ ਨੂੰ ਅੱਖਾਂ ਲਈ ਚਾਨਣਾ ਦਿੰਦੀ ਹੈ। ਮੈਂ ਅੰਧੇ ਮਤਲਬ ਮੈਨੂੰ ਅੰਨੇ ਨੂੰ, ਨਾਉ ਸੁਜਾਖਾ ਦਾ ਮਤਲਬ ਕਿ ਤੇਰੀ ਜੋ ਸਿਫਤ ਸਲਾਹ ਹੈ ਉਹ ਮੈਨੂੰ ਸੁਜਾਖਾ ਕਰਦੀ ਹੈ, ਮੈਨੂੰ ਗਿਆਨ ਮਿਲਦਾ ਹੈ, ਮੈਨੂੰ ਜੀਵਨ ਦੀ ਸੂਝ ਮਿਲਦੀ ਹੈ। ਤੇਰੇ ਅੱਗੇ ਮੈਂ ਤੈਨੂੰ ਹੀ ਆਖਦਾ, ਭਾਵ ਤੇਰੇ ਵਰਗਾ ਤੂੰ ਹੀ ਹੈ। ਜਿਵੇਂ ਜਿਵੇਂ ਮੈਂ ਤੇਰੀ ਸਿਫਤ ਕਰਦਾ ਹਾਂ ਤਾਂ ਮੇਰੀ ਅਗਿਆਨਤਾ ਖਤਮ ਹੋ ਕੇ ਮੇਰੇ ਅੰਦਰ ਗਿਆਨ ਦਾ ਚਾਨਣਾ ਪੈਦਾ ਹੁੰਦਾ ਹੈ, ਮੈਨੂੰ ਜੀਵਨ ਦੀ ਅਸਲੀਅਤ ਦੀ ਸਮਝ ਆਉਂਦੀ ਹੈ। ਜੇਤਾ ਆਖਣ ਸਾਹੀ ਸ਼ਬਦੀ, ਭਾਖਿਆ ਭਾਏ ਸੁਭਾਈ। ਇਸ ਪੰਕਤੀ ਦੇ ਅਰਥਾਂ ਵਿੱਚ ਵਿਦਵਾਨਾਂ ਦਾ ਥੋੜਾ ਜਿਹਾ ਮਤਭੇਦ ਹੈ। ਜਿਵੇਂ ਜੇਤਾ ਆਖਣ ਸ਼ਾਹੀ ਸ਼ਬਦੀ, ਭਾਈ ਸਾਹਿਬ ਸਿੰਘ ਜੀ ਇਸ ਦਾ ਅਰਥ ਕਰਦੇ ਨੇ ਸ਼ਾਹੀ ਦਾ ਮਤਲਬ ਸਿਆਹੀ ਨਾਲ ਲਿਖ ਕੇ, ਸ਼ਬਦ ਦੀ ਮਤਲਬ ਸ਼ਬਦਾਂ ਦੀ ਰਾਹੀਂ, ਭਾਖਿਆ ਦਾ ਮਤਲਬ ਮੈਂ ਆਖਿਆ ਹੈ, ਭਾਏ ਸੁਭਾਏ ਦਾ ਮਤਲਬ ਪਿਆਰ ਦੇ ਸੁਭਾਅ ਨਾਲ। ਭਾਈ ਸਾਹਿਬ ਇਸ ਦਾ ਅਰਥ ਕਰ ਰਹੇ ਨੇ ਲਿਖ ਕੇ ਜਾਂ ਬੋਲ ਕੇ ਜੋ ਕੁਝ ਮੈਂ ਤੇਰੀ ਸਿਫਤ ਵਿੱਚ ਆਖਿਆ ਹੈ ਉਹ ਸਭ ਤੇਰੇ ਪਿਆਰ ਦੀ ਖਿੱਚ ਵਿੱਚ ਹੀ ਆਖਿਆ ਹੈ। ਜੋ ਸ਼ਬਦਾਰਥੀ ਵਿਦਵਾਨ ਨੇ ਉਹਨਾਂ ਨੇ ਇਸ ਦੇ ਮੀਨਿੰਗ ਇਸ ਤਰ੍ਹਾਂ ਲਿਖੇ ਨੇ ਕਿ ਜੋ ਕੁਝ ਆਖਣ ਹੁੰਦਾ ਹੈ ਉਹ ਸਾਰਾ ਸ਼ਬਦਾਂ ਦੁਆਰਾ ਹੀ ਹੁੰਦਾ ਹੈ ਅਤੇ ਆਖਿਆ ਵੀ ਆਪੋ ਆਪਣੇ ਸੁਭਾਅ ਦੇ ਅਨੁਸਾਰ ਹੁੰਦਾ ਹੈ। ਤਾਂ ਇਸ ਅਰਥ ਦੇ ਨਾਲ ਬਹੁਤੇ ਵਿਦਵਾਨ ਸਹਿਮਤ ਨੇ। ਜੇ ਅਸੀਂ ਇਸ ਅਰਥ ਨੂੰ ਮੰਨੀਏ ਤਾਂ ਇਸ ਪੰਕਤੀ ਦਾ ਪਾਠ ਇਸ ਤਰ੍ਹਾਂ ਹੋਏਗਾ, ਜੇਤਾ ਆਖਣ ਸਾਹੀ ਸ਼ਬਦੀ, ਭਾਖਿਆ ਭਾਏ ਸੁਭਾਈ। ਫਿਰ ਸਾਹੀ ਨੂੰ ਵੱਖਰਾ ਵੱਖਰਾ ਪੜਾਂਗੇ। ਜੇਤਾ ਆਖਣ ਸਾਹੀ ਸ਼ਬਦੀ, ਭਾਖਿਆ ਭਾਏ ਸੁਭਾਈ। ਵੀ ਜਿੰਨਾ ਵੀ ਆਖਣਾ ਹੈ, ਸਾਹੀ ਦਾ ਮਤਲਬ ਉਹ ਸਾਰਾ ਹੀ, ਸ਼ਬਦੀ ਦਾ ਮਤਲਬ ਸ਼ਬਦਾਂ ਰਾਹੀਂ, ਅੱਖਰਾਂ ਦੁਆਰਾ, ਕਿ ਜੋ ਵੀ ਤੇਰੀ ਸਿਫਤ ਸਲਾਹ ਕਰੀਦੀ ਹੈ, ਜੋ ਵੀ ਰੱਬ ਬਾਰੇ, ਇਸ ਕਾਇਨਾਤ ਬਾਰੇ ਕਹੀਦਾ ਹੈ, ਉਹ ਸਾਰੇ ਦਾ ਸਾਰਾ ਸ਼ਬਦਾਂ ਰਾਹੀਂ ਆਖਿਆ ਜਾਂਦਾ ਹੈ, ਅੱਖਰਾਂ ਰਾਹੀਂ, ਬੋਲਾਂ ਰਾਹੀਂ ਕਿਹਾ ਜਾਂਦਾ ਹੈ। ਤੇ ਨਾਲ ਹੈ ਭਾਖਿਆ ਭਾਏ ਸੁਭਾਈ। ਭਾਏ ਸੁਭਾਈ ਦਾ ਮਤਲਬ ਆਪੋ ਆਪਣੀ ਸੁਭਾਅ ਅਨੁਸਾਰ, ਆਪੋ ਆਪਣੀ ਸਮਝ ਅਨੁਸਾਰ, ਕਿ ਜਿਵੇਂ ਜਿਵੇਂ ਕਿਸੇ ਦੀ ਸਮਝ ਹੈ, ਜਿੰਨੀ ਜਿੰਨੀ ਕਿਸੇ ਦੀ ਸਮਝ ਹੈ, ਉਸੇ ਢੰਗ ਦੇ ਨਾਲ ਹੀ ਬਿਆਨ ਕੀਤਾ ਹੈ। ਜੋ ਕੁਝ ਵੀ ਆਖਣ ਹੁੰਦਾ ਹੈ, ਜੋ ਕੁਝ ਵੀ ਆਖਿਆ ਜਾ ਰਿਹਾ ਹੈ ਜਾਂ ਆਖਿਆ ਜਾਏਗਾ, ਇਹ ਸਭ ਸ਼ਬਦਾਂ ਦੁਆਰਾ ਹੈ, ਬੋਲਾਂ ਦੁਆਰਾ ਹੈ, ਅੱਖਰਾਂ ਦੁਆਰਾ ਹੈ। ਲੇਕਿਨ ਅੱਖਰਾਂ ਬੋਲਾਂ ਰਾਹੀਂ ਜੋ ਕੁਝ ਵੀ ਕਿਸੇ ਨੇ ਕਿਹਾ ਹੈ, ਆਪੋ ਆਪਣੇ ਬਣੇ ਸੁਭਾਅ ਮੁਤਾਬਕ ਕਿਹਾ ਹੈ, ਸਮਝ ਮੁਤਾਬਕ ਕਿਹਾ ਹੈ,
ਜਿੰਨੀ ਕਿਸੇ ਨੂੰ ਸਮਝ ਹੈ, ਜਿਵੇਂ ਸਮਝ ਆਈ ਹੈ ਉਵੇਂ ਬਿਆਨ ਕੀਤਾ ਹੈ। ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ। ਪਰ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਬਹੁਤਾ ਇਹੋ ਆਖਣ ਦਾ ਮਤਲਬ ਸਿਰੇ ਦੀ ਗੱਲ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਭ ਤੋਂ ਵੱਡੀ ਗੱਲ ਆਖਣੀ ਨਾਨਕ ਨੂੰ ਇਹੀ ਫੱਬਦੀ ਹੈ ਕਿ ਸਭ ਤੇਰੀ ਵਡਿਆਈ, ਕਿ ਜੋ ਕੁਝ ਵੀ ਹੈ ਇਹ ਸਭ ਤੇਰੀ ਵਡਿਆਈ ਹੈ। ਇਹ ਗੱਲ ਆਖਣੀ ਫੱਬਦੀ ਹੈ, ਮਤਲਬ ਇਹ ਇੱਕ ਅਟਲ ਸੱਚਾਈ ਹੈ ਕਿ ਇਹ ਸਭ ਤੇਰੀ ਵਡਿਆਈ ਹੈ। ਸਾਰਾ ਸੰਸਾਰ ਤੇਰੀ ਰਜ਼ਾ ਭਾਣੇ ਅਨੁਸਾਰ ਕੰਮ ਕਰ ਰਿਹਾ ਹੈ, ਤੇਰੇ ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਇਹ ਗੱਲ ਆਖਣੀ ਫੱਬਦੀ ਹੈ। ਕਿਆ ਲੋਕਾਂ ਨੇ ਆਪੋ ਆਪਣੇ ਹਿਸਾਬ ਦੇ ਨਾਲ, ਕਿਸੇ ਨੇ ਕਰਤਾ ਕਿਸੇ ਨੂੰ ਮੰਨ ਲਿਆ, ਕਿਸੇ ਨੂੰ ਸ੍ਰਿਸ਼ਟੀ ਪਾਲਣ ਵਾਲਾ ਮੰਨ ਲਿਆ, ਕਿਸੇ ਨੂੰ ਮੌਤ ਵਾਲਾ ਮੰਨ ਲਿਆ। ਪਰ ਗੁਰੂ ਜੀ ਕਹਿੰਦੇ ਨੇ ਆਖਰ ਇਹੀ ਗੱਲ ਆਖਣੀ ਫੱਬਦੀ ਹੈ, ਅਟਲ ਸੱਚਾਈ ਇਹੀ ਹੈ ਕਿ ਸਾਰੀ ਤੇਰੀ ਹੀ ਵਡਿਆਈ ਹੈ, ਸਭ ਤੇਰੀ ਹੁਕਮ ਰਜ਼ਾ ਦੇ ਅੰਦਰ ਹੀ, ਸਿਸਟਮ ਦੇ ਅੰਦਰ ਹੀ ਸਭ ਕੁਝ ਚੱਲ ਰਿਹਾ ਹੈ। ਮਹਿਲਾ ਪਹਿਲਾ, ਜਾਂ ਨਾ ਸਿਆ ਕਿਆ ਚਾਕਰੀ, ਜਾਂ ਜੰਮੇ ਕਿਆ ਕਾਰ। ਇਸ ਨੂੰ ਜਾਣਿਆ ਨਹੀਂ ਪੜਨਾ। ਜਾਂ ਵੱਖਰਾ, ਨਾ ਵੱਖਰਾ, ਸਿਆ ਵੱਖਰਾ। ਜਾਂ ਦਾ ਮਤਲਬ ਜਦੋਂ, ਨਾ ਸਿਆ ਦਾ ਮਤਲਬ ਨਹੀਂ ਸੀ, ਸਿਆ ਦਾ ਮਤਲਬ ਸੀ। ਜਾਂ ਨਾ ਸਿਆ ਦਾ ਮਤਲਬ ਜਦੋਂ ਨਹੀਂ ਸੀ, ਹੋਂਦ ਵਿੱਚ ਨਹੀਂ ਆਇਆ ਸੀ, ਜਦੋਂ ਇਹ ਜੀਵ ਜੰਮਿਆ ਹੀ ਨਹੀਂ ਸੀ, ਬੰਦਾ ਜੰਮਿਆ ਹੀ ਨਹੀਂ ਸੀ, ਪੈਦਾ ਹੀ ਨਹੀਂ ਸੀ ਹੋਇਆ। ਕਿਆ ਚਾਕਰੀ, ਕਿਆ ਚਾਕਰੀ ਦਾ ਮਤਲਬ ਉਦੋਂ ਕਿਹੜੀ ਕਮਾਈ ਕਰਦਾ ਸੀ, ਕਿਹੜੀ ਨੌਕਰੀ ਕਰਦਾ ਸੀ, ਕੀ ਕੰਮ ਕਰਦਾ ਸੀ। ਜਾਂ ਜੰਮੇ, ਤੇ ਜਦੋਂ ਇਹ ਜੀਵ ਜੰਮ ਪਏ, ਪੈਦਾ ਹੋ ਗਏ। ਕਿਆ ਕਾਰ, ਤਾਂ ਇਹ ਕੀ ਕਾਰ ਕਰ ਸਕਦਾ ਹੈ। ਜਦੋਂ ਜੀਵ ਦੀ ਹਸਤੀ ਨਹੀਂ ਸੀ ਤਾਂ ਇਹ ਕਿਹੜੀ ਕਾਰ ਕਰਦਾ ਸੀ, ਤੇ ਜਦੋਂ ਇਹ ਜੰਮ ਪਿਆ ਫਿਰ ਕਿਹੜੀ ਕਾਰ ਕਰ ਸਕਦਾ ਹੈ। ਯਾਨੀ ਪਹਿਲਾਂ ਵੀ ਹੁਕਮ ਵਿੱਚ ਸੀ, ਹੁਣ ਵੀ ਹੁਕਮ ਵਿੱਚ ਹੈ। ਨਾ ਤੇ ਜਨਮ ਤੋਂ ਪਹਿਲਾਂ ਹੁਕਮ ਤੋਂ ਬਾਹਰ ਕੁਝ ਹੋ ਸਕਦਾ ਸੀ, ਨਾ ਜਨਮ ਲੈਣ ਤੋਂ ਬਾਅਦ ਹੀ ਕੁਝ ਹੁਕਮ ਤੋਂ ਬਾਹਰ ਹੋ ਸਕਦਾ ਹੈ। ਹੁਣ ਸਿਸਟਮ ਤੋਂ ਬਾਹਰ ਦੱਸੋ ਅਸੀਂ ਕੁਝ ਕਰ ਸਕਦੇ ਹਾਂ। ਤਾਂ ਗੁਰੂ ਜੀ ਕਹਿੰਦੇ ਨੇ ਜਦੋਂ ਜੀਵ ਹੋਂਦ ਵਿੱਚ ਨਹੀਂ ਆਇਆ ਸੀ ਤਦੋਂ ਇਹ ਕਿਹੜੀ ਕਮਾਈ ਕਰ ਸਕਦਾ ਸੀ, ਤੇ ਜਦੋਂ ਜੀਵ ਹੋਂਦ ਵਿੱਚ ਆ ਗਏ ਤਾਂ ਇਹਦੀ ਕਿਹੜੀ ਕਮਾਈ ਕਰ ਸਕਦੇ ਨੇ। ਭਾਵ ਕਿ ਸਭ ਕੁਝ ਹੁਕਮ ਵਿੱਚ ਹੈ, ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ। ਸਭ ਕਾਰਨ ਕਰਤਾ ਕਰੇ, ਦੇਖੈ ਵਾਰੋ ਵਾਰ। ਇਹ ਸਾਰੇ ਦੇ ਸਾਰੇ, ਸਭ ਦਾ ਮਤਲਬ ਸਾਰੇ, ਵਾਰੋ ਵਾਰ ਦਾ ਮਤਲਬ ਵਾਰ-ਵਾਰ, ਮੁੜ-ਮੁੜ ਕੇ, ਦੇਖੇ ਦਾ ਮਤਲਬ ਸੰਭਾਲ ਕਰਦਾ ਹੈ। ਜਿਸਨੇ ਪੈਦਾ ਕੀਤਾ ਹੈ ਉਹ ਸਾਰੇ ਸਬੱਬ ਬਣਾਉਂਦਾ ਹੈ, ਉਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ। ਜੀਵ ਦੇ ਆਪਣੇ ਵਸ ਵਿੱਚ ਕੁਝ ਨਹੀਂ ਕਿ ਉਹ ਹੁਕਮ ਤੋਂ ਬਾਹਰ ਕੁਝ ਕਰ ਸਕੇ। ਹੁਣ ਜੇ ਸਾਡੀ ਗੱਲ ਇਸ ਸਮਝ ਵਿੱਚ ਬਹਿ ਜਾਏ ਔਰ ਇਸ ਗੱਲ ਦੇ ਉੱਤੇ ਅਮਲ ਕਰ ਲਿਆ ਜਾਏ ਤਾਂ ਧਰਮ ਦੇ ਨਾਮ ਦੇ ਉੱਤੇ ਜਿੰਨੀ ਵੀ ਲੁੱਟ ਖਸੁੱਟ ਜਾਂ ਰੱਬ ਦੇ ਨਾਮ ਤੇ ਜਿੰਨੀ ਲੁੱਟ ਖਸੁੱਟ ਹੁੰਦੀ ਹੈ ਉਹ ਸਾਰੀ ਬੰਦ ਹੋ ਸਕਦੀ ਹੈ। ਕਿ ਕੀ ਕਰ ਸਕਦਾ ਹੈ ਬੰਦਾ ਹੁਕਮ ਤੋਂ ਬਾਹਰ, ਤੇ ਜੇ ਇਹ ਗੱਲ ਸਮਝ ਆ ਜਾਏ ਤਾਂ ਫਿਰ ਕੋਈ ਬਾਬੇ ਦੀ ਜੰਤਰ ਮੰਤਰ, ਕੋਈ ਕਰਾਮਾਤ, ਇਹ ਸਾਰੀਆਂ ਫੂਕੀਆਂ ਗੱਲਾਂ ਸਾਡੇ ਦਿਲਾਂ ਦਿਮਾਗਾਂ ਚੋਂ ਨਿਕਲ ਜਾਣਗੀਆਂ ਕਿ ਹੁਕਮ ਤੋਂ ਬਾਹਰ, ਸਿਸਟਮ ਤੋਂ ਬਾਹਰ ਕੁਝ ਹੋ ਹੀ ਨਹੀਂ ਸਕਦਾ। ਤਾਂ ਜਿੰਨੀ ਵੀ ਸਾਡੇ ਭਰਮ ਭੁਲੇਖੇ ਨੇ ਉਹ ਸਾਰੇ ਦੇ ਸਾਰੇ ਨਿਕਲ ਸਕਦੇ ਨੇ ਜੇ ਇਹਨਾਂ ਚੀਜ਼ਾਂ ਨੂੰ ਸਮਝ ਕੇ ਅਮਲ ਵਿੱਚ ਲਿਆਂਦਾ ਜਾਏ। ਜੇ ਚੁੱਪੈ ਜੇ ਮੰਗਿਆ, ਦਾਤ ਕਰੇ ਦਾਤਾਰ। ਜੇ ਚੁੱਪੈ ਦਾ ਮਤਲਬ ਜੇ ਚੁੱਪ ਕਰ ਰਹੀ ਹੈ, ਜੇ ਮੰਗੇ ਦਾ ਮਤਲਬ ਜੇ ਕੁਛ ਮੰਗੀਏ। ਭਾਵੇਂ ਚੁੱਪ ਕਰ ਰਹੀਏ ਤੇ ਭਾਵੇਂ ਮੰਗੀਏ, ਜੋ ਦਾਤਾਂ ਦੇਣ ਵਾਲਾ ਦਾਤਾ ਹੈ ਉਹ ਦਾਤਾਂ ਦੇ ਹੀ ਜਾ ਰਿਹਾ ਹੈ। ਹੁਣ ਇਹ ਚੀਜ਼ ਨਾ ਥੋੜੀ ਜਿਹੀ ਸਮਝਣ ਵਾਲੀ ਗੱਲ ਹੁਕਮ ਦੀ ਚੱਲ ਰਹੀ ਹੈ। ਮੰਨ ਲਓ ਸਵੇਰੇ ਸੂਰਜ ਚੜ੍ਹਨਾ ਹੈ ਤੇ ਜੇ ਅਸੀਂ ਕਹੀਏ ਵੀ ਸੂਰਜ ਚੜੇ, ਰੱਬਾ ਸੂਰਜ ਚੜਾ ਦੇ, ਰੱਬਾ ਸੂਰਜ ਚੜਾ ਦੇ, ਰੱਬਾ ਸੂਰਜ ਚੜਾ ਦੇ, ਤਾਂ ਕੀ ਸਾਡੇ ਕਹਿਣ ਦੇ ਨਾਲ ਉਹ 4 ਵਜੇ ਸੂਰਜ ਚੜਾ ਦੇਗਾ। ਤੇ ਜੇ ਅਸੀਂ ਬਿਲਕੁਲ ਵੀ ਨਾ ਕਹੀਏ ਵੀ ਰੱਬ ਸੂਰਜ ਚੜਾਏ ਜਾਂ ਨਾ ਚੜਾਏ, ਸੂਰਜ ਨੇ ਫਿਰ ਵੀ ਚੜ ਪੈਣਾ। ਤੇ ਜੇ ਅਸੀਂ ਇਹ ਕਹੀ ਜਾਈਏ ਕਿ ਸੂਰਜ ਨਾ ਚੜਾ, ਫਿਰ ਕਿਉਂ ਨਾ ਚੜਾਏਗਾ। ਤਾਂ ਗੁਰੂ ਜੀ ਕਹਿੰਦੇ ਨੇ ਭਾਵੇਂ ਚੁੱਪ ਕਰ ਰਹੀਏ ਜਾਂ ਮੰਗੀਏ, ਜੋ ਸਿਸਟਮ ਦੇ ਅੰਦਰ ਹੋ ਰਿਹਾ ਹੈ ਉਹ ਸਾਰਾ ਕੁਝ ਹੋ ਹੀ ਜਾਣਾ ਹੈ। ਜੇ ਤੁਸੀਂ ਕੋਈ ਚੀਜ਼ ਮੰਗਦੇ ਵੀ ਹੋ ਤਾਂ ਹੁਕਮ ਤੋਂ ਬਾਹਰ ਨਹੀਂ ਮਿਲਣੀ, ਜੇ ਚੁੱਪ ਵੀ ਕਰ ਰਹੇ ਹੋ ਤੇ ਤਾਂ ਵੀ ਹੁਕਮ ਦੇ ਵਿੱਚ ਹੈ। ਮਤਲਬ ਕਿ ਸਾਰਾ ਸੰਸਾਰ ਹੁਕਮ ਔਰ ਰਜ਼ਾ ਦੇ ਅੰਦਰ ਕੰਮ ਕਰ ਰਿਹਾ ਹੈ, ਉਹ ਮੰਗਣ ਤੋਂ ਬਿਨਾਂ ਹੀ ਸਾਰਾ ਕੁਝ ਚਲਾਈ ਜਾ ਰਿਹਾ ਹੈ। ਦਾਤ ਕਰੇ ਦਾਤਾਰ ਦਾ ਮਤਲਬ ਦਾਤਾਂ ਦੇ ਹੀ ਜਾ ਰਿਹਾ ਹੈ, ਜੀਵਨ ਦੇ ਹੀ ਜਾ ਰਿਹਾ ਹੈ। ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ। ਫਿਰ ਦਾ ਮਤਲਬ ਫਿਰ ਕੇ, ਭੌਂ ਕੇ, ਪਰਖ ਕੇ। ਆਕਾਰ ਦਾ ਮਤਲਬ ਜਗਤ।
ਜਦੋਂ ਜੀਵ ਸਾਰਾ ਜਗਤ ਫਿਰ ਕੇ ਇਹ ਗੱਲ ਵੇਖ ਲੈਂਦੇ ਨੇ, ਸਮਝ ਲੈਂਦੇ ਨੇ, ਤਾਂ ਫਿਰ ਆਖਦੇ ਨੇ ਕਿ ਰੱਬ ਹੀ ਇੱਕ ਦਾਤਾ ਹੈ, ਬਾਕੀ ਸਾਰੇ ਹੀ ਮੰਗਤੇ ਨੇ। ਮੰਗਤੇ ਦਾ ਮਤਲਬ ਸਾਰੇ ਹੀ ਇਸ ਸਿਸਟਮ ਦੇ ਵਿੱਚੋਂ ਜੀਵਨ ਲੈ ਰਹੇ ਨੇ, ਦਾਤਾ ਇੱਕੋ ਹੀ ਹੈ। ਜਿਵੇਂ ਹੁਣ ਮੈਂ ਹਾਂ ਤਾਂ ਮੈਂ ਸਵਾਸ ਕਿੱਥੋਂ ਲੈ ਰਿਹਾ? ਇਸ ਵਾਯੂਮੰਡਲ ਚੋਂ। ਤੇ ਤੁਸੀਂ ਕਿੱਥੋਂ ਸਵਾਸ ਲੈ ਰਹੇ ਹੋ? ਐਸੇ ਹਵਾ ਦੇ ਵਿੱਚੋਂ। ਤੇ ਪਸ਼ੂ ਪੰਛੀ ਕਿੱਥੋਂ ਹਵਾ ਲੈ ਰਹੇ ਨੇ? ਸਾਹ, ਉਹ ਵੀ ਰੁੱਖ ਦਰਖਤ ਵੀ ਹਵਾ ਦੇ ਵਿੱਚੋਂ। ਤੇ ਜਿਹੜੇ ਬਾਬੇ ਨੇ ਕਰਾਮਾਤੀ, ਜੋ ਕਹਿੰਦੇ ਨੇ ਵੀ ਅਸੀਂ ਕੁਝ ਕਰ ਸਕਦੇ ਹਾਂ, ਉਹ ਸਾਹ ਕਿੱਥੋਂ ਲੈ ਰਹੇ ਨੇ? ਕੀ ਉਹ ਇਸ ਹਵਾ ਤੋਂ ਬਿਨਾਂ ਕਿਤੇ ਸਾਹ ਲੈ ਸਕਦੇ ਨੇ? ਬਿਨਾਂ ਹਵਾ ਤੋਂ ਰਹਿ ਸਕਦੇ ਨੇ? ਤਾਂ ਦਾਤਾ ਤੇ ਇੱਕ ਹੀ ਹੋਇਆ ਸਿਸਟਮ ਦੇ ਅੰਦਰ, ਤੇ ਸਾਰੇ ਇੱਕੋ ਸਿਸਟਮ ਦੇ ਅੰਦਰ ਚੱਲ ਰਹੇ ਨੇ। ਤੇ ਜੇ ਉਹ ਆਪ ਸਿਸਟਮ ਤੋਂ ਬਾਹਰ ਨਹੀਂ ਕੁਝ ਕਰ ਸਕਦੇ, ਤਾਂ ਉਹਨਾਂ ਦੀਆਂ ਕਈਆਂ ਹੋਈਆਂ ਕਰਾਮਾਤਾਂ ਸਿਸਟਮ ਤੋਂ ਉਲਟ ਸਾਡੇ ਵਾਸਤੇ ਕੀ ਕਰ ਲੈਣਗੀਆਂ? ਜੇ ਇਹ ਗੱਲ ਪਕੜ ਵਿੱਚ ਆ ਜਾਏ ਤਾਂ ਜਿੰਨੇ ਵਿਚਾਰਿਆ ਲੋਕ ਅੰਧ ਵਿਸ਼ਵਾਸਾਂ ਵਿੱਚ ਫਸੇ ਨੇ, ਉਹ ਸਾਰੇ ਅੰਧ ਵਿਸ਼ਵਾਸਾਂ ਦੇ ਵਿੱਚੋਂ ਬਾਹਰ ਆ ਜਾਣ ਔਰ ਉਹਨਾਂ ਦੀ ਇੱਕ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਏ। ਤਾਂ ਦਾਤਾ ਇੱਕੋ ਹੀ ਹੈ, ਬਾਕੀ ਸਾਰੇ ਇਸੇ ਜਗਤ ਦੇ ਵਿੱਚੋਂ ਹੀ ਦਾਤਾਂ ਲੈ ਰਹੇ ਨੇ, ਜੀਵਨ ਜੁਗਤ ਪ੍ਰਾਪਤ ਕਰ ਰਹੇ ਨੇ। ਨਾਨਕ ਐਵੇਂ ਜਾਣੀਐ ਜੀਵੈ ਦੇਵਨਹਾਰ। ਐਵੇਂ ਦਾ ਮਤਲਬ ਇਸ ਤਰ੍ਹਾਂ, ਜਾਣੀਏ ਦਾ ਮਤਲਬ ਸਮਝ ਪੈਂਦੀ ਹੈ, ਜੀਵੈ ਦਾ ਮਤਲਬ ਜਿਉਂਦਾ ਹੈ। ਇਸ ਤਰ੍ਹਾਂ ਸਮਝ ਪੈਂਦੀ ਹੈ ਕਿ ਦਾਤਾਂ ਦੇਣ ਵਾਲਾ ਪ੍ਰਭੂ ਸਦਾ ਹੀ ਜਿਉਂਦਾ ਹੈ, ਸਦਾ ਹੀ ਕਾਇਮ ਹੈ। ਦਾਤਾਂ ਦੇਣ ਵਾਲਾ ਸਦਾ ਹੀ ਜਿਉਂਦਾ ਹੈ, ਹਰ ਵੇਲੇ ਹੀ ਹੈ, ਹਰ ਵੇਲੇ ਹੀ ਉਹ ਦਾਤਾਂ ਦੇ ਹੀ ਜਾ ਰਿਹਾ ਹੈ। ਜਿਵੇਂ ਵੀ ਸਾਨੂੰ ਆ ਮਕਾਨ ਹੈ, ਆਪਣੇ ਪਾਣੀ ਹੈ, ਹਵਾ ਹੈ, ਧਰਤੀ ਹੈ, ਚੰਦ ਸੂਰਜ ਹੈ, ਧਰਤੀ ਵਿੱਚ ਪੈਦਾਇਸ਼ੀ ਸ਼ਕਤੀ ਹੈ, ਇਹ ਸਾਰਾ ਕੁਝ ਦੇ ਹੀ ਜਾ ਰਿਹਾ ਹੈ, ਹਮੇਸ਼ਾ ਕਾਇਮ ਹੈ, ਉਹਨੇ ਕਦੇ ਖਤਮ ਨਹੀਂ ਹੋਣਾ, ਅਬਿਨਾਸ਼ੀ ਹੈ। ਪੌੜੀ ਨਾਏ ਮੰਨੈ ਸੁਰਤ ਉਪਜੈ ਨਾਮੇ ਮਤ ਹੋਈ। ਮੰਨੇ ਦਾ ਮਤਲਬ ਮੰਨਣ ਨਾਲ, ਜੇ ਮਨ ਮੰਨ ਜਾਏ, ਪਤੀਜ ਜਾਏ। ਨਾਏ ਦਾ ਮਤਲਬ ਨਾਮ ਯਾਨੀ ਹੁਕਮ, ਨਾਮ ਦਾ ਮਤਲਬ ਹੁਕਮ। ਮੰਨੇ ਦਾ ਮਤਲਬ ਮੰਨ ਜਾਏ, ਪਤੀਜ ਜਾਏ, ਵਿਸ਼ਵਾਸ ਆ ਜਾਏ, ਹੁਕਮ ਅਨੁਸਾਰ ਜ਼ਿੰਦਗੀ ਜੀਣਾ ਸਿੱਖ ਜਾਏ। ਜੇ ਪ੍ਰਭੂ ਦੇ ਹੁਕਮ ਦੇ ਅੰਦਰ ਮਨ ਪਤੀਜ ਜਾਏ, ਸੁਰਤ ਉਪਜੈ ਦਾ ਮਤਲਬ ਫਿਰ ਮਨ ਦੇ ਅੰਦਰ ਇੱਕ ਸਮਝ ਪੈਦਾ ਹੁੰਦੀ ਹੈ, ਸੂਝ ਪੈਦਾ ਹੁੰਦੀ ਹੈ, ਮਨ ਦੇ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ, ਮਤ ਦੇ ਅੰਦਰ। ਨਾਮੇ ਮਤ ਹੋਈ, ਤੇ ਹੁਕਮ ਦੇ ਅੰਦਰ ਤੁਰਨ ਦੇ ਨਾਲ ਹੀ ਮਤ ਉੱਤਮ ਹੁੰਦੀ ਹੈ, ਮਤ ਕੰਮ ਕਰਦੀ ਹੈ, ਗਿਆਨ ਦੀ ਸਹੀ ਸਮਝ ਆ ਜਾਂਦੀ ਹੈ, ਮਤ ਆ ਜਾਂਦੀ ਹੈ ਬੰਦੇ ਨੂੰ, ਸਮਝ ਆ ਜਾਂਦੀ ਹੈ ਬੰਦੇ ਨੂੰ, ਔਰ ਬੰਦੇ ਦੇ ਅੰਦਰ ਸੁਰਤ, ਸਮਝ, ਕਾਮਨ ਸੈਂਸ ਪੈਦਾ ਹੋ ਜਾਂਦੀ ਹੈ ਕਿ ਕਦੋਂ ਕੀ ਕਰਨਾ ਹੈ ਔਰ ਕਿਹੜੀ ਜ਼ਿੰਦਗੀ ਦੀ ਅਸਲੀਅਤ ਹੈ ਔਰ ਕਿੱਥੇ ਬਨਾਵਟ ਹੈ। ਤਾਂ ਜੇ ਪ੍ਰਭੂ ਦੇ ਹੁਕਮ ਨੂੰ ਮੰਨ ਲਿਆ ਜਾਏ ਤਾਂ ਬੰਦੇ ਦੇ ਜੀਵਨ ਅੰਦਰ ਕਾਮਨ ਸੈਂਸ ਪੈਦਾ ਹੁੰਦੀ ਹੈ, ਔਰ ਹੁਕਮ ਦੇ ਅੰਦਰ ਹੀ ਮਤ ਜਿਹੜੀ ਹੈ ਉਹ ਪੈਦਾ ਹੁੰਦੀ ਹੈ। ਮਤਲਬ ਕਿ ਜੇ ਅਸੀਂ ਆਪਣੇ ਗਿਆਨ ਵਿੱਚ ਵਾਧਾ ਕਰਨਾ ਹੈ ਤਾਂ ਹੁਕਮ ਦੇ ਅੰਦਰ ਹੀ ਹੋਏਗਾ, ਸਿਸਟਮ ਦੇ ਅੰਦਰ ਹੀ ਹੋਏਗਾ, ਸਿਸਟਮ ਨੂੰ ਸਮਝਣ ਦੇ ਨਾਲ ਹੋਏਗਾ। ਨਾਏ ਮੰਨੈ ਗੁਣ ਉਚਰੈ ਨਾਮੇ ਸੁਖ ਹੋਈ। ਨਾਏ ਮੰਨੇ ਦਾ ਮਤਲਬ ਜੇ ਹੁਕਮ ਦੇ ਅੰਦਰ ਮਨ ਪਤੀਜ ਜਾਏ, ਵਿਸ਼ਵਾਸ ਆ ਜਾਏ, ਗੁਣ ਉਚਰੈ ਔਰ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰੇ, ਗੁਣਾਂ ਦਾ ਧਾਰਨੀ ਹੋਵੇ, ਮਨ ਬਚਨ ਕਰਮ ਕਰਕੇ। ਗੁਣ ਉਚਰੇ ਦਾ ਮਤਲਬ ਰੱਬੀ ਗੁਣਾਂ ਦਾ ਧਾਰਨੀ ਹੋਣਾ। ਨਾਮੇ ਸੁਖ ਹੋਈ, ਤਾਂ ਫਿਰ ਹੁਕਮ ਦੇ ਅੰਦਰ ਹੀ ਸੁਖ ਪੈਦਾ ਹੋ ਜਾਂਦਾ ਹੈ, ਆਤਮਕ ਆਨੰਦ ਪੈਦਾ ਹੋ ਜਾਂਦਾ ਹੈ। ਜੇਕਰ ਨਾਮ ਦੇ ਅੰਦਰ ਮਨ ਮੰਨ ਜਾਏ, ਹੁਕਮ ਦੇ ਅੰਦਰ, ਔਰ ਬੰਦਾ ਰੱਬੀ ਗੁਣਾਂ ਨੂੰ ਫੋਲੋ ਕਰੇ ਮਨ ਬਚਨ ਕਰਮ ਕਰਕੇ, ਤਾਂ ਫਿਰ ਰੱਬ ਦੀ ਸਿਫਤ ਸਲਾਹ ਰਾਹੀਂ ਜ਼ਿੰਦਗੀ ਦੇ ਅੰਦਰ ਸੁਖ ਪੈਦਾ ਹੋ ਜਾਂਦਾ ਹੈ। ਯਾਨੀ ਮਨ ਬਚਨ ਕਰਮ ਕਰਕੇ ਜੇ ਬੰਦਾ ਗੁਣਾਂ ਦਾ ਧਾਰਨੀ ਹੈ ਤਾਂ ਜੀਵਨ ਦੇ ਅੰਦਰ ਸ਼ਾਂਤੀ ਹੈ, ਜੀਵਨ ਦੇ ਅੰਦਰ ਕੋਈ ਪ੍ਰੋਬਲਮ ਨਹੀਂ ਹੈ। ਤੇ ਜੇ ਸਾਰਾ ਪਰਿਵਾਰ ਗੁਣਾਂ ਦਾ ਧਾਰਨੀ ਹੋਏ, ਸਾਰਾ ਪਰਿਵਾਰ ਸਵਰਗ ਹੋ ਗਿਆ। ਤੇ ਜੇ ਸਾਰੇ ਸਮਾਜ ਦੇ ਲੋਕ ਐਸੇ ਹੋ ਜਾਣ ਤੇ ਸਾਰਾ ਸਮਾਜ ਸ਼ਾਂਤ ਹੋ ਸਕਦਾ ਹੈ, ਸੁਖੀ ਹੋ ਸਕਦਾ ਹੈ, ਸੁਖ ਮਾਣ ਸਕਦਾ ਹੈ। ਨਾਏ ਮੰਨੈ ਭ੍ਰਮ ਕੱਟੀਐ ਫਿਰ ਦੁੱਖ ਨਾ ਹੋਈ। ਭ੍ਰਮ ਦਾ ਮਤਲਬ ਭੁਲੇਖਾ, ਭਟਕਣਾ। ਜੇ ਹੁਕਮ ਦੇ ਅੰਦਰ ਮਨ ਮੰਨ ਜਾਏ, ਹੁਕਮ ਦੀ ਸਮਝ ਆ ਜਾਏ, ਹੁਕਮ ਨੂੰ ਬੰਦਾ ਫੋਲੋ ਕਰੇ, ਤਾਂ ਜੀਵਨ ਦੇ ਅੰਦਰੋਂ ਭਰਮ ਖਤਮ ਹੋ ਜਾਂਦਾ ਹੈ। ਤੇ ਭਰਮ ਹੁੰਦਾ ਹੈ ਅਗਿਆਨਤਾ ਕਰਕੇ। ਜਿਵੇਂ ਰਾਤ ਨੂੰ ਪਈ ਹੋਈ ਰੱਸੀ ਸੱਪ ਨਜ਼ਰੀ ਪੈਂਦੀ ਹੈ, ਇੱਕ ਭਰਮ ਹੈ, ਪਰ ਜਦੋਂ ਅਸੀਂ ਚਾਨਣੇ ਨਾਲ ਵੇਖਦੇ ਹਾਂ ਤੇ ਉਹ ਭਰਮ ਖਤਮ ਹੋ ਜਾਂਦਾ ਹੈ।
ਇਸੇ ਤਰ੍ਹਾਂ ਮਨੁੱਖੀ ਜ਼ਿੰਦਗੀ ਦੇ ਅੰਦਰ ਇੱਕ ਬੜਾ ਵੱਡਾ ਭਰਮ ਹੈ ਕਿ ਰੱਬ ਵੱਖਰਾ ਹੈ ਤੇ ਆ ਕੁਦਰਤ ਵੱਖਰੀ ਹੈ। ਇਹ ਭਰਮ ਫਿਰ ਖਤਮ ਹੋ ਜਾਂਦਾ ਹੈ, ਫਿਰ ਪਤਾ ਲੱਗ ਜਾਂਦਾ ਹੈ ਕਿ ਇੱਕੋ ਹੀ ਬੜੇ ਢੰਗ ਤਰੀਕਿਆਂ ਦੇ ਨਾਲ ਪਸਰਿਆ ਹੋਇਆ ਹੈ। ਫਿਰ ਇੱਕ ਓਮਕਾਰ ਦੀ ਸਮਝ ਆ ਜਾਂਦੀ ਹੈ ਕਿ ਇੱਕ ਹੀ ਪਸਰਿਆ ਹੋਇਆ ਹੈ, ਸਾਰਿਆਂ ਦੇ ਵਿੱਚ ਇੱਕੋ ਹੀ ਹੈ। ਔਰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਮੇਰੀ ਰੱਬ ਤੋਂ ਵੱਖਰੀ ਕੋਈ ਹਸਤੀ ਨਹੀਂ ਹੈ, ਰੱਬ ਤੋਂ ਵੱਖਰੀ ਹਸਤੀ ਮੇਰੀ ਹੋ ਹੀ ਨਹੀਂ ਸਕਦੀ, ਨਾ ਪਹਿਲੋਂ ਸੀ, ਨਾ ਹੁਣ ਹੈ, ਨਾ ਅੱਗੋਂ ਰਹੇਗੀ। ਸਾਡਾ ਭਰਮ ਖਤਮ ਹੋ ਜਾਂਦਾ ਹੈ। ਜਿਵੇਂ ਸਾਡੇ ਮਨ ਵਿੱਚ ਭਰਮ ਹੁੰਦਾ ਨਾ ਕਿ ਸੋਨਾ ਵੱਖਰਾ ਵੱਖਰਾ ਹੈ, ਤਾਂ ਸੋਨਾ ਵੱਖਰਾ ਨਹੀਂ ਹੁੰਦਾ, ਸੋਨੇ ਦੇ ਗਹਿਣੇ ਨੇ, ਆਕਾਰ ਕਰਕੇ ਵੱਖਰਾ ਦਿਸਦਾ, ਹੁੰਦਾ ਸੋਨਾ ਹੀ ਹੈ। ਕੜਾ ਵੀ ਸੋਨਾ ਹੈ, ਛਾਪ ਵੀ ਸੋਨਾ ਹੈ, ਜੰਜੀਰੀ ਵੀ ਸੋਨਾ ਹੈ ਤੇ ਉਹ ਸੋਨਾ ਹੀ, ਸਿਰਫ ਉਹਦਾ ਆਕਾਰ ਦੇ ਦਿੱਤਾ ਗਿਆ ਹੈ, ਕੜੇ ਦਾ, ਚੂੜੀ ਦਾ। ਇਸੇ ਤਰ੍ਹਾਂ ਹੈ ਤੇ ਆ ਸਾਰਾ ਕੁਝ ਰੱਬ ਵੀ ਪਸਰਿਆ ਹੋਇਆ, ਸਿਰਫ ਆ ਸਰੀਰਾਂ ਦੇ ਵੱਖਰੇ ਵਖੇਵੇਂ ਨੇ, ਜਾਂ ਅਸੀਂ ਆਪਣੀ ਸੋਚ ਕਰਕੇ ਵਖੇਵੇਂ ਪੈਦਾ ਕਰ ਲੈਂਦੇ। ਇਹ ਭਰਮ ਕੱਟਿਆ ਜਾਂਦਾ ਹੈ, ਫਿਰ ਦੁੱਖ ਨਾ ਹੋਈ। ਤੇ ਜਦੋਂ ਜ਼ਿੰਦਗੀ ਚੋਂ ਭਰਮ ਕੱਟਿਆ ਜਾਏ, ਜੀਵਨ ਦੀ ਅਸਲੀਅਤ ਦੀ ਸਮਝ ਆ ਜਾਏ, ਫਿਰ ਕਦੇ ਬੰਦੇ ਦੇ ਜੀਵਨ ਵਿੱਚ ਦੁੱਖ ਨਹੀਂ ਹੁੰਦਾ। ਦੁੱਖ ਉਦੋਂ ਹੀ ਹੈ ਨਾ ਕਿ ਜਦੋਂ ਅਗਿਆਨਤਾ ਕਰਕੇ ਕਿਸੇ ਹੋਰ ਚੀਜ਼ ਨੂੰ ਹੋਰ ਮੰਨ ਲੈ। ਰੱਸੀ ਸੱਪ ਦਿਖ ਰਹੀ ਹੈ, ਦੁੱਖ ਕਦੋਂ ਤੱਕ ਹੁੰਦਾ ਹੈ, ਡਰ ਕਦੋਂ ਤੱਕ ਹੁੰਦਾ ਹੈ? ਸਿਰਫ ਉਦੋਂ ਤੱਕ ਜਦੋਂ ਤੱਕ ਚਾਨਣ ਵਿੱਚ ਉਸ ਰੱਸੀ ਦੀ ਅਸਲੀਅਤ ਨੂੰ ਨਾ ਵੇਖ ਲਈਏ। ਅਸਲੀਅਤ ਦਿਸਦਿਆਂ ਹੀ ਡਰ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਡੀ ਜ਼ਿੰਦਗੀ ਦੇ ਅੰਦਰ ਸਾਨੂੰ ਭਰਮ ਹੈ ਨਾ ਕਿ ਇਹ ਕਾਮ, ਕ੍ਰੋਧ, ਲੋਭ ਵਾਲੀ, ਈਰਖਾ, ਦਵੇਸ਼ ਵਾਲੀ ਜੋ ਜ਼ਿੰਦਗੀ ਅਸੀਂ ਜੀ ਰਹੇ ਹਾਂ, ਸ਼ਾਇਦ ਇਹਦੇ ਵਿੱਚ ਸੁੱਖ ਹੈ, ਸ਼ਾਇਦ ਇਹਦੇ ਚੋਂ ਸੁੱਖ ਮਿਲੇਗਾ। ਤੇ ਜਦੋਂ ਅੰਦਰ ਗਿਆਨ ਦਾ ਚਾਨਣਾ ਹੁੰਦਾ ਨਾ, ਸਮਝ ਆ ਜਾਂਦੀ ਹੈ ਕਿ ਇਹਨਾਂ ਔਗਣਾਂ ਚੋਂ ਸੁੱਖ ਨਹੀਂ ਮਿਲਣਾ। ਜ਼ਿੰਦਗੀ ਦੇ ਅੰਦਰ ਸੁੱਖ ਤਾਂ ਸਾਨੂੰ ਸ਼ੁਭ ਗੁਣਾ ਕਰਕੇ ਮਿਲਣਾ ਹੈ, ਤੇ ਉਹ ਸਾਰੇ ਸ਼ੁਭ ਗੁਣ ਸਾਡੇ ਅੰਦਰ ਮੌਜੂਦ ਨੇ। ਫਿਰ ਬੰਦਾ ਉਹਨਾਂ ਗੁਣਾਂ ਨੂੰ ਯੂਜ਼ ਕਰਦਾ ਹੈ, ਜ਼ਿੰਦਗੀ ਦੇ ਅੰਦਰ ਸੁੱਖ ਪੈਦਾ ਹੋ ਜਾਂਦਾ ਹੈ। ਭਰਮ ਖਤਮ ਹੋਣ ਦੀ ਗੱਲ ਹੈ। ਨਾਏ ਮੰਨਿਆ ਸਾਲਾਹੀ ਹੈ, ਪਾਪਾਂ ਮਤ ਖੋਈ। ਖੋਈ ਦਾ ਮਤਲਬ ਪਾਪਾਂ ਮਤ ਧੋਈ, ਸੌਰੀ, ਪਾਪਾਂ ਮਤ ਧੋਈ। ਧੋਈ ਦਾ ਮਤਲਬ ਧੁੱਪ ਜਾਂਦੀ ਹੈ। ਨਾਏ ਮੰਨਿਆ, ਰੱਬੀ ਹੁਕਮ ਨੂੰ ਮੰਨਣ ਕਰਕੇ ਸਾਲਾਹੀ ਹੈ, ਸਿਫਤ ਸਲਾਹ ਕਰੀਦੀ ਹੈ। ਸਿਫਤ ਸਲਾਹ ਦਾ ਮਤਲਬ ਰੱਬੀ ਹੁਕਮ ਵਿੱਚ ਤੁਰਨ ਦੇ ਨਾਲ ਬੰਦਾ ਗੁਣਾਂ ਦਾ ਧਾਰਨੀ ਹੁੰਦਾ ਹੈ, ਗੁਣਾਂ ਬਾਰੇ ਸੋਚਦਾ, ਗੁਣਾਂ ਬਾਰੇ ਬੋਲਦਾ, ਗੁਣਾਂ ਵਾਲਾ ਵਿਵਹਾਰ ਕਰਦਾ ਹੈ। ਤੇ ਜਦੋਂ ਮਨ, ਬਚਨ, ਕਰਮ ਕਰਕੇ ਗੁਣਾਂ ਦਾ ਧਾਰਨੀ ਹੁੰਦਾ ਹੈ, ਹੁਕਮ ਰਜ਼ਾ ਦੇ ਅੰਦਰ ਤੁਰਦਾ ਹੈ, ਪਾਪਾਂ ਮਤ ਧੋਈ, ਪਾਪਾਂ ਵਾਲੀ ਮਤ ਧੋਤੀ ਜਾਂਦੀ ਹੈ, ਅੰਦਰ ਧੁੱਪ ਜਾਂਦਾ ਹੈ, ਅੰਦਰ ਵਿਕਾਰ ਅਪਰਾਧਾਂ ਵਾਲੀ ਸੋਚ ਨਹੀਂ ਰਹਿੰਦੀ। ਭਰੀਏ ਮਤ ਪਾਪਾਂ ਕੇ ਸੰਗ, ਉਹ ਤੋਪੇ ਨਾਮ ਹੈ ਕਰੰਗ। ਮਤ ਧੁੱਪ ਜਾਂਦੀ ਹੈ, ਸੋਚ ਧੁੱਪ ਜਾਂਦੀ ਹੈ, ਬੁੱਧੀ ਫਿਰ ਸਹੀ ਫੈਸਲੇ ਲੈਂਦੀ ਹੈ। ਨਾਨਕ ਪੂਰੇ ਗੁਰ ਤੇ ਨਾਉ ਮੰਨੀਐ, ਜਿਨ ਦੇਵੈ ਸੋਈ। ਜਿਨ ਦਾ ਮਤਲਬ ਜਿਨ੍ਹਾਂ ਨੂੰ। ਤਾਂ ਹੁਣ ਇਹ ਨਾਮ ਜੋ ਹੁਕਮ ਹੈ, ਇਹ ਮੰਨਿਆ ਕਿਵੇਂ ਜਾਏ, ਨਿਸ਼ਚਾ ਕਿਵੇਂ ਆਏ, ਇਹਦੀ ਸਮਝ ਕਿਵੇਂ ਆਏ? ਤਾਂ ਗੁਰੂ ਜੀ ਕਹਿੰਦੇ ਨੇ ਪੂਰੇ ਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ, ਪੂਰੇ ਗੁਰੂ ਤੋਂ ਇਹ ਨਿਸ਼ਚਾ ਆਉਂਦਾ ਹੈ ਕਿ ਰੱਬੀ ਰਜ਼ਾ ਦੇ ਅੰਦਰ ਤੁਰਨਾ ਹੀ ਜੀਵਨ ਦਾ ਇੱਕ ਸਹੀ ਰਾਸਤਾ ਹੈ। ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਇਹੀ ਜੀਵਨ ਦਾ ਇੱਕ ਸਹੀ ਰਾਸਤਾ ਹੈ। ਪਰ ਇਹ ਦਾਤ ਉਹਨਾਂ ਨੂੰ ਮਿਲਦੀ ਹੈ ਜਿਨ ਦੇਵੇ ਸੋਈ, ਜਿਨ੍ਹਾਂ ਨੂੰ ਪ੍ਰਭੂ ਆਪ ਦਿੰਦਾ ਹੈ। ਤੇ ਆਪ ਕਿਹਨਾਂ ਨੂੰ ਦਿੰਦਾ ਹੈ? ਜਿਹੜੇ ਇਹ ਦਾਤ ਲੈਣਾ ਚਾਹੁੰਦੇ ਨੇ। ਦਾਤੈ ਦਾਤ ਰੱਖੀ ਹੱਥ ਆਪਣੇ, ਜਿਸ ਦੇਵੇ ਜਿਸ ਭਾਵੈ ਤਿਸ ਦੇਈ। ਜਿਹਨੂੰ ਇਹ ਦਾਤ ਭਾਉਂਦੀ ਉਹਨੂੰ ਦੇ ਦਿੰਦਾ ਹੈ। ਅੰਦਰ ਹੀ ਤੇ ਹੈ ਨੇ ਗੁਣ। ਹੁਣ ਜੇ ਤੁਹਾਨੂੰ ਚੰਗਾ ਲੱਗਦਾ ਸੱਚ ਬੋਲਾਂ, ਤਾਂ ਸੱਚ ਅੰਦਰੋਂ ਬੋਲੋ, ਰੱਬ ਤੁਹਾਨੂੰ ਸੱਚ ਦੇ ਦੇਗਾ, ਦਇਆ ਦੇ ਦੇਗਾ, ਪ੍ਰੇਮ ਦੇ ਦੇਗਾ। ਤੇ ਜੇ ਭਾਈ ਕੋਈ ਕਹਿੰਦਾ ਕਿ ਮੈਂ ਝੂਠ ਬੋਲਣਾ, ਉਹ ਕਹਿੰਦਾ ਬੋਲੀ ਜਾ, ਫਲ ਤੂੰ ਭੁਗਤਣਾ, ਮੈਨੂੰ ਕੀ। ਤਾਂ ਪੂਰੇ ਗੁਰੂ ਤੋਂ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਰੱਬੀ ਰਜ਼ਾ ਵਿੱਚ ਤੁਰਨਾ ਹੀ ਜੀਵਨ ਦਾ ਇੱਕ ਸਹੀ ਰਾਸਤਾ ਹੈ। ਤੇ ਜਿਹੜੇ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਉਹਨਾਂ ਨੂੰ ਇਹ ਦਾਤ ਮਿਲ ਜਾਂਦੀ ਹੈ। ਸ਼ਲੋਕ ਮਹਿਲਾ ਪਹਿਲਾ। ਸ਼ਾਸਤਰ ਵੇਦ ਪੁਰਾਣ ਪੜ੍ਹੰਤਾ। ਹੁਣ ਇਹ ਗੱਲ ਕਰਮ ਕਾਂਡਾਂ ਦੀ ਹੈ। ਜਦੋਂ ਤੱਕ ਬੰਦਾ ਬਾਹਰੀ ਤੌਰ ਤੇ ਕੋਈ ਕਰਮ ਕਰ ਰਿਹਾ ਨਾ ਵਿਖਾਵੇ ਵਾਸਤੇ, ਤਾਂ ਜਦ ਤੱਕ ਮਨੁੱਖ ਸ਼ਾਸਤਰਾਂ, ਵੇਦ, ਪੁਰਾਣ ਆਦਿਕ ਧਰਮ ਪੁਸਤਕਾਂ ਨੂੰ ਨਿਰਾ ਪੜ੍ਹਦਾ ਰਹਿੰਦਾ ਹੈ, ਨਿਰਾ ਪੜ੍ਹਦਾ ਰਹਿੰਦਾ ਹੈ। ਸ਼ਾਸਤਰ, ਵੇਦ, ਪੁਰਾਣ ਪੜ੍ਹੰਤਾ, ਜਦੋਂ ਤਾਈਂ ਮਨੁੱਖ ਸ਼ਾਸਤਰਾਂ, ਵੇਦਾਂ, ਪੁਰਾਣਾਂ ਆਦਿਕ ਨੂੰ ਨਿਰਾ ਪੜ੍ਹਦਾ ਰਹਿੰਦਾ ਹੈ, ਉਕਾਰਨਤਾ, ਅਜਾਣਨਤਾ,
ਉਕਾਰਨਤਾ ਦਾ ਮਤਲਬ ਪੁਕਾਰਦਾ ਹੈ, ਹੋਰਨਾਂ ਨੂੰ ਉੱਚੀ ਉੱਚੀ ਬੋਲ ਕੇ ਸੁਣਾਉਂਦਾ ਹੈ, ਜਿਵੇਂ ਮੈਂ ਆਪ ਨੂੰ ਸੁਣਾ ਰਿਹਾ। ਅਜਾਣਨਤਾ ਦਾ ਮਤਲਬ ਪਲਸ ਜਾਣਨਤਾ, ਮਤਲਬ ਨਹੀਂ ਜਾਣਦਾ, ਨਹੀਂ ਸਮਝਦਾ, ਅਨਾਣ ਰਹਿੰਦਾ ਹੈ। ਉਹਨਾਂ ਚਿਰ ਉੱਚੀ ਉੱਚੀ ਬੋਲਦਾ, ਹੋਰਨਾਂ ਨੂੰ ਸੁਣਾਉਂਦਾ ਹੈ, ਪਰ ਆਪ ਅਜਾਣ ਰਹਿੰਦਾ ਹੈ, ਆਪ ਕੁਝ ਨਹੀਂ ਸਮਝਦਾ। ਇਹ ਚੀਜ਼ ਨੂੰ ਥੋੜਾ ਜਿਹਾ ਸਮਝ ਲਓ। ਜਿਵੇਂ ਹੁਣ ਮੈਂ ਆਪ ਦੇ ਨਾਲ ਗੁਰਬਾਣੀ ਦੀ ਵਿਚਾਰ ਕਰ ਰਿਹਾ ਔਰ ਮੈਂ ਉੱਚੀ ਉੱਚੀ ਬੋਲ ਰਿਹਾ, ਗੁਰੂ ਦੀ ਬਾਣੀ ਤੁਹਾਨੂੰ ਸੁਣਾ ਰਿਹਾ, ਲੇਕਿਨ ਜੇ ਮੈਂ ਆਪ ਇਹਨਾਂ ਚੀਜ਼ਾਂ ਤੇ ਅਮਲ ਨਹੀਂ ਕਰਦਾ ਤਾਂ ਮੈਂ ਤਾਂ ਅਨਾਣ ਹੀ ਰਹਾਂਗਾ ਉਹਨਾਂ ਸੁੱਖਾਂ ਤੋਂ। ਜੇ ਮੈਂ ਸੱਚ ਨਹੀਂ ਬੋਲਦਾ ਤਾਂ ਫਿਰ ਮੈਂ ਤੁਹਾਨੂੰ ਇਹ ਨਹੀਂ ਕਹਿ ਸਕਦਾ ਕਿ ਸੱਚ ਦਾ ਇਹ ਆਨੰਦ ਹੁੰਦਾ ਹੈ। ਸੱਚ ਦਾ ਆਨੰਦ ਤੇ ਸੱਚ ਬੋਲ ਕੇ ਆਏਗਾ। ਉਦੋਂ ਤੱਕ ਮੈਂ ਆਪ ਬੇਸਮਝ ਹੀ ਰਵਾਂਗਾ, ਉਦੋਂ ਤੱਕ ਮੈਂ ਆਪਣੇ ਆਪ ਨੂੰ ਨਹੀਂ ਸਮਝ ਪਾਵਾਂਗਾ। ਜਾਂ ਬੂਝੈ ਤਾਂ ਸੂਝੈ ਸੋਈ, ਪਰ ਜਦੋਂ ਬੰਦਾ ਬੁੱਝ ਲੈਂਦਾ ਹੈ, ਗੁਰੂ ਦੇ ਉਪਦੇਸ਼ ਨੂੰ, ਸੱਚ ਨੂੰ ਜਾਣ ਲੈਂਦਾ ਹੈ, ਤਾਂ ਸੂਝੈ ਸੋਈ। ਸੋਈ ਦਾ ਮਤਲਬ ਸਾਰ ਲੈਣ ਵਾਲਾ ਰੱਬ। ਫਿਰ ਇਹਨੂੰ ਸਾਰਿਆਂ ਥਾਵਾਂ ਤੇ ਰੱਬ ਹੀ ਦਿਸਦਾ ਹੈ। ਸੂਝੇ ਦਾ ਮਤਲਬ ਦਿਸਦਾ ਹੈ। ਜਦੋਂ ਗੁਰੂ ਸ਼ਬਦ ਰਾਹੀਂ ਇਸ ਚੀਜ਼ ਨੂੰ ਬੁੱਝ ਲੈਂਦਾ ਹੈ, ਮਤਲਬ ਇਹਨਾਂ ਸੱਚ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕਰ ਲੈਂਦਾ ਹੈ, ਤਾਂ ਫਿਰ ਇਹਨੂੰ ਚਾਰ ਚੁਫੇਰੇ ਰੱਬ ਹੀ ਸੁਝਦਾ ਹੈ। ਹੋਰ ਕੁਝ ਦਿਸਦਾ ਹੀ ਨਹੀਂ ਕਿ ਰੱਬ ਹੀ ਪਸਰਿਆ ਹੋਇਆ ਚਾਰ ਚੁਫੇਰੇ, ਰੱਬ ਵੱਖਰਾ ਨਹੀਂ ਹੈ। ਨਾਨਕ ਆਖੈ ਕੂਕ ਨਾ ਹੋਈ। ਨਾ ਹੋਈ ਦਾ ਮਤਲਬ ਨਹੀਂ ਹੁੰਦਾ, ਯਾਨੀ ਮੁੱਕ ਜਾਂਦਾ ਹੈ। ਕੂਕ ਦਾ ਮਤਲਬ ਉੱਚੀ ਉੱਚੀ ਬੋਲਣਾ। ਤਾਂ ਨਾਨਕ ਆਖਦਾ ਹੈ, ਫਿਰ ਇਹਦੀਆਂ ਟਾਰਾਂ ਮੁੱਕ ਜਾਂਦੀਆਂ ਨੇ, ਫਿਰ ਇਹ ਉੱਚੀ ਉੱਚੀ ਨਹੀਂ ਕੂਕਦਾ, ਫਿਰ ਇਹ ਆਪਣਾ ਆਪ ਲੋਕਾਂ ਨੂੰ ਦੱਸਦਾ ਨਹੀਂ ਫਿਰਦਾ। ਜਿਵੇਂ ਆਮ ਤੁਸੀਂ ਵੇਖਿਆ ਹੋਵੇਗਾ ਨਾ, ਬਹੁਤ ਸਾਰੇ ਵੀਰ ਭੈਣਾਂ ਮਿਲ ਜਾਂਦੇ ਨੇ ਜਿਨ੍ਹਾਂ ਵਿੱਚ ਅਸੀਂ ਆਪ ਵੀ ਸ਼ਾਮਲ ਹਾਂ। ਜੀ ਮੈਂ ਤੇ ਸਵੇਰੇ 3 ਵਜੇ ਉੱਠ ਜਾਂਦਾ ਹਾਂ, ਮੈਂ ਤੇ ਜੀ ਸਵੇਰੇ ਇੰਨਾ ਪਾਠ ਕਰ ਲੈਣਾ, ਸਮਾਧੀ ਲਾ ਲੈਣਾ, ਜਾਂ ਕੁਝ ਵੀ ਮੈਂ ਪੁੰਨ ਦਾਨ ਵੀ ਕਰਨਾ, ਮੈਂ ਇਹ ਵੀ ਕਰਦਾ, ਉਹ ਵੀ ਕਰਦਾ, ਦੱਸਦੇ ਫਿਰਦੇ ਨੇ ਨਾ ਲੋਕ। ਹੁਣ ਦੱਸਣ ਦੀ ਲੋੜ ਕਿਉਂ ਪੈ ਰਹੀ ਹੈ? ਭਾਈ ਮਤੀ ਦਾਸ ਜੀ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਕੁਝ ਕਰ ਰਿਹਾ, ਦਿਸ ਰਿਹਾ ਹੈ ਸਾਰਾ ਕੁਝ। ਭਗਤ ਕਬੀਰ ਜੀ ਨੂੰ ਦੱਸਣ ਦੀ ਲੋੜ ਨਹੀਂ ਹੈ ਕਿ ਮੈਂ ਕੁਝ ਕਰ ਰਿਹਾ, ਕਿਉਂਕਿ ਦਿਸ ਰਿਹਾ ਹੈ ਜੀਵਨ ਚੋਂ। ਗੁਰੂ ਤੇਗ ਬਹਾਦਰ ਜੀ ਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਇਹ ਕੁਝ ਕਰ ਰਿਹਾ, ਦਿਸ ਰਿਹਾ ਹੈ। ਜਿਨ੍ਹਾਂ ਦਾ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨਾਮ ਜਪਿਆ, ਵੰਡ ਛਕਿਆ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ, ਦਿਸ ਰਿਹਾ ਨਾ, ਕਿਉਂਕਿ ਸਾਰਾ ਕੁਝ ਕਰ ਰਹੇ ਨੇ। ਜੇ ਕੋਈ ਇੱਕ ਡਾਕਟਰ ਹੈ ਤਾਂ ਉਹਨੂੰ ਦੱਸਣ ਦੀ ਲੋੜ ਨਹੀਂ ਕਿ ਮੈਂ ਬੜਾ ਚੰਗਾ ਡਾਕਟਰ ਹਾਂ, ਦਿਸ ਰਿਹਾ ਹੈ, ਉਹਦੇ ਕੰਮ ਤੋਂ ਦਿਸ ਰਿਹਾ ਨਾ। ਲੇਕਿਨ ਜਿਸ ਬੰਦੇ ਦੇ ਜੀਵਨ ਚੋਂ ਕੁਝ ਵੀ ਨਹੀਂ ਦਿਸ ਰਿਹਾ, ਬਿਹੇਵੀਅਰ ਵਿੱਚ ਕੁਝ ਨਹੀਂ ਦਿਸ ਰਿਹਾ, ਉਹਨੂੰ ਤੇ ਫਿਰ ਦੱਸਣਾ ਹੀ ਪੈਣਾ, ਬੋਲਣਾ ਹੀ ਪੈਣਾ, ਕਿਉਂਕਿ ਕਰ ਤੇ ਕੁਝ ਰਿਹਾ ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਤੱਕ ਬੰਦਾ ਨਿਰਾ ਪੜ੍ਹਦਾ ਰਹਿੰਦਾ ਹੈ, ਪੁਕਾਰਦਾ ਰਹਿੰਦਾ ਹੈ, ਲੋਕਾਂ ਨੂੰ ਸੁਣਾਉਂਦਾ ਰਹਿੰਦਾ ਹੈ, ਆਪ ਇਹਨਾਂ ਗੱਲਾਂ ਤੇ ਅਮਲ ਨਹੀਂ ਕਰਦਾ, ਉਦੋਂ ਤੱਕ ਆਤਮਿਕ ਜੀਵਨ ਵੱਲੋਂ ਬਿਲਕੁਲ ਅਣਜਾਣ ਰਹਿੰਦਾ ਹੈ। ਪਰ ਜਾਂ ਬੂਝੈ, ਜਦੋਂ ਗੁਰੂ ਦੇ ਗਿਆਨ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਤਾਂ ਉਹਨੂੰ ਚਾਰ ਚੁਫੇਰੇ ਪ੍ਰਭੂ ਦਿਸਦਾ ਹੈ। ਤੇ ਜਦੋਂ ਚਾਰ ਚੁਫੇਰੇ ਰੱਬ ਦਿਸਣ ਲੱਗ ਜਾਏ ਨਾ ਹਰ ਇੱਕ ਦੇ ਅੰਦਰ, ਜਦੋਂ ਬਿਹੇਵੀਅਰ ਦੇ ਵਿੱਚ ਚੀਜ਼ਾਂ ਆ ਜਾਣ, ਫਿਰ ਉਹਦੀ ਕੂਕ ਪੁਕਾਰ ਨਹੀਂ ਰਹਿੰਦੀ, ਫਿਰ ਉਹਨੂੰ ਕੂਕਣ ਦੀ ਲੋੜ ਨਹੀਂ ਹੈ, ਫਿਰ ਉਹਨੂੰ ਵਿਖਾਵੇ ਕਰਨ ਦੀ ਲੋੜ ਨਹੀਂ ਪੈਂਦੀ, ਫਿਰ ਉਹਦੀ ਜ਼ਿੰਦਗੀ ਦੇ ਅੰਦਰੋਂ, ਬਿਹੇਵੀਅਰ ਦੇ ਅੰਦਰੋਂ ਸਾਰਾ ਕੁਝ ਆਪ ਨਜ਼ਰੀ ਪੈਂਦਾ ਹੈ। ਮਹਿਲਾ ਪਹਿਲਾ, ਜਾਹੋਂ ਤੇਰਾ ਤਾਂ ਸਭ ਕੁਛ ਮੇਰਾ, ਹੋਂ ਨਾਹੀਂ ਤੂੰ ਹੋਵੇਂ। ਹੋਂ ਦਾ ਮਤਲਬ ਮੈਂ, ਜਾਹੋਂ ਤੇਰਾ, ਜਦੋਂ ਮੈਂ ਤੇਰਾ ਬਣ ਜਾਂਦਾ ਹਾਂ, ਜਦੋਂ ਮੈਂ ਆਪਣਾ ਆਪਾ ਤੇਰੇ ਵਿੱਚ ਲੀਨ ਕਰ ਦਿੰਦਾ ਹਾਂ, ਤਾਂ ਸਭ ਕੁਛ ਮੇਰਾ, ਤਾਂ ਸਾਰਾ ਕੁਝ ਮੇਰਾ ਹੀ ਹੋ ਜਾਂਦਾ ਹੈ। ਜਦੋਂ ਤੱਕ ਮੈਂ ਵੱਖਰਾ ਹਾਂ, ਉਦੋਂ ਤੱਕ ਮੇਰੇ ਪਦਾਰਥ ਵੀ ਵੱਖਰੇ, ਮੇਰੇ ਬਾਕੀ ਸਾਰਾ ਕੁਝ ਵੀ ਵੱਖਰਾ। ਪਰ ਜਦੋਂ ਮੈਂ ਤੇਰਾ ਹੋ ਜਾਣਾ ਤਾਂ ਸਾਰਾ ਕੁਝ ਮੇਰਾ ਹੋ ਜਾਂਦਾ ਹੈ। ਜਿਵੇਂ ਇੱਕ ਪਾਣੀ ਦਾ ਚਮਚਾ ਜਾਂ ਇੱਕ ਪਾਣੀ ਦੀ ਨਿੱਕੀ ਜੀ ਬੂੰਦ, ਹੁਣ ਉਹ ਸਮੁੰਦਰ ਤੋਂ ਵੱਖਰੀ ਹੈ, ਤਾਂ ਸਮੁੰਦਰ ਨਾਲ ਉਹਦਾ ਕੋਈ ਨਾਤਾ ਸੰਬੰਧ ਨਹੀਂ ਹੈ, ਵੱਖਰੀ ਹੈ, ਤਾਂ ਬੂੰਦ ਦਾ ਕੀ ਹੈ, ਉਹਦੇ ਕੋਲ ਤੇ ਇੰਨਾ ਕੀ ਪਾਣੀ ਹੈ। ਤੇ ਜੇ ਉਹ ਬੂੰਦ ਸਮੁੰਦਰ ਵਿੱਚ ਮਿਲ ਜਾਏ ਤਾਂ ਹੁਣ ਸਮੁੰਦਰ ਦਾ ਰੂਪ ਹੋ ਗਈ, ਬੂੰਦ ਨੇ ਆਪਣਾ ਆਪਾ ਉਹਦੇ ਵਿੱਚ ਮਿਲਾ ਦਿੱਤਾ। ਤਾਂ ਹੁਣ ਜੋ ਕੁਝ ਵੀ ਸਮੁੰਦਰ ਦੇ ਵਿੱਚ ਹੈ, ਉਹ ਸਾਰਾ ਕੁਝ ਬੂੰਦ ਦਾ ਹੋ ਗਿਆ ਨਾ, ਕਿਉਂਕਿ ਹੁਣ ਬੂੰਦ ਰਹੀ ਨਹੀਂ, ਹੋ ਹੀ ਸਮੁੰਦਰ ਗਈ। ਇਸੇ ਤਰ੍ਹਾਂ ਜਦੋਂ ਮੈਂ ਆਪਣੀ ਸੋਚ ਨੂੰ ਤੇਰੀ ਸੋਚ ਵਿੱਚ ਮਿਲਾ ਦਿੰਨਾ, ਤਾਂ ਉਦੋਂ ਸਭ ਕੁਝ ਮੇਰਾ ਹੋ ਜਾਂਦਾ, ਫਿਰ ਮੇਰੇ ਵਾਸਤੇ ਕੋਈ ਬੇਗਾਨਾ ਨਹੀਂ ਰਹਿੰਦਾ।
ਜਦੋਂ ਤੱਕ ਸਾਡੀ ਸੋਚ ਸੀਮਤ ਹੈ ਨਾ, ਉਦੋਂ ਤੱਕ ਮੇਰ ਤੇਰ ਦੇ ਵਿਤਕਰੇ ਨੇ, ਉਦੋਂ ਤੱਕ ਆਪਣੇ ਪਰਾਏ ਦੇ ਵਿਤਕਰੇ ਨੇ। ਪਰ ਜਦੋਂ ਰੱਬ ਦੇ ਵਿੱਚ ਬੰਦਾ ਆਪਣੀ ਸੋਚ ਨੂੰ ਮਿਲਾ ਦਿੰਦਾ ਹੈ, ਉਦੋਂ ਮੇਰ ਤੇਰ ਦੇ ਵਿਤਕਰੇ ਨਹੀਂ ਹੋ ਰਹਿ ਜਾਂਦੇ, ਫਿਰ ਹਰ ਕੋਈ ਆਪਣਾ ਨਜ਼ਰੀ ਪੈਂਦਾ ਹੈ। ਹਉ ਨਾਹੀਂ ਤੂੰ ਹੋਵੇਂ, ਤਾਂ ਉਦੋਂ ਮੈਂ ਨਹੀਂ ਰਹਿੰਦਾ। ਹਉ ਨਾਹੀਂ ਤੂੰ ਹੋਵੇਂ, ਸਿਰਫ ਤੂੰ ਹੀ ਤੂੰ ਦਿਸਦਾ ਹੈ, ਮੈਂ ਰਹਿੰਦਾ ਹੀ ਨਹੀਂ। ਇੱਕ ਬੂੰਦ ਸਮੁੰਦਰ ਵਿੱਚ ਮਿਲ ਗਈ, ਮੈਂ ਰਹਿੰਦਾ ਹੀ ਨਹੀਂ, ਤੂੰ ਹੀ ਤੂੰ ਦਿਸਦਾ ਹੈ। ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ ਨਾ ਕਿ ਦੋਏ ਦੋਏ ਲੋਚਨ ਪੇਖਾਂ ਹੋ ਹਰ ਬਿਨ ਔਰ ਨਾ ਦੇਖਾਂ। ਜਿਵੇਂ ਗੁਰੂ ਅਰਜਨ ਪਾਤਸ਼ਾਹ ਜੀ ਕਹਿੰਦੇ ਨੇ, ਜਿੱਥੇ ਜਾਈਏ ਜਗਤ ਮੈਂ ਤਿੱਥੇ ਹਰ ਸਾਈਂ। ਤਾਂ ਉਦੋਂ ਮੇਰੀ ਆਪਣਤ ਮੁੱਕ ਜਾਂਦੀ ਹੈ, ਮੇਰੇ ਵਿੱਚ ਆਪਣਤ ਨਹੀਂ ਰਹਿੰਦੀ, ਮੇਰ ਤੇਰ ਦੇ ਵਿਤਕਰੇ ਨਹੀਂ ਰਹਿੰਦੇ, ਮੈਂ ਹੀ ਨਹੀਂ ਰਹਿੰਦਾ। ਚਾਰ ਚਫੇਰੇ ਤੂੰ ਹੀ ਤੂੰ ਪਸਰਿਆ ਹੋਇਆ ਨਜ਼ਰੀ ਪੈਂਦਾ ਹੈ। ਤੇ ਫਿਰ ਸਮਝ ਆਉਂਦੀ ਹੈ, ਆਪੇ ਸਕਤਾ ਆਪੇ ਸੁਰਤਾ ਸ਼ਕਤੀ ਜਗਤ ਪਰੋਵਹਿ। ਸਕਤਾ ਦਾ ਮਤਲਬ ਜ਼ੋਰ ਵਾਲਾ, ਤਾਕਤ ਵਾਲਾ, ਬਲਸ਼ਾਲੀ। ਸੁਰਤਾ ਦਾ ਮਤਲਬ ਸੁਰਤ ਵਾਲਾ, ਗਿਆਨ ਵਾਲਾ, ਸਮਝ ਵਾਲਾ। ਸ਼ਕਤੀ ਦਾ ਮਤਲਬ ਸੱਤਿਆ। ਤਾਂ ਗੁਰੂ ਜੀ ਕਹਿੰਦੇ ਨੇ ਤੂੰ ਆਪ ਹੀ ਜ਼ੋਰ ਦਾ ਮਾਲਕ ਹੈ, ਯਾਨੀ ਸਾਰੇ ਸੰਸਾਰ ਦੇ ਵਿੱਚ ਤੇਰਾ ਹੀ ਜ਼ੋਰ ਹੈ, ਤੇਰਾ ਹੀ ਹੁਕਮ ਹੈ। ਆਪੇ ਸੁਰਤਾ, ਤੂੰ ਆਪ ਹੀ ਸੁਰਤ ਦਾ ਮਾਲਕ ਹੈ, ਸਮਝ ਦਾ ਮਾਲਕ ਹੈ, ਸਾਰਿਆਂ ਦੀ ਸਾਰ ਲੈ ਰਿਹਾ ਹੈ। ਸ਼ਕਤੀ ਜਗਤ ਪਰੋਵੇਂ, ਤੂੰ ਆਪ ਹੀ ਜਗਤ ਨੂੰ ਆਪਣੀ ਸੱਤਿਆ ਦੇ ਧਾਗੇ ਵਿੱਚ ਪਰੋਣ ਵਾਲਾ ਹੈ। ਕਹਿਣ ਦਾ ਮਤਲਬ ਕਿ ਤੂੰ ਆਪ ਹੀ ਉਤਪਤੀ ਲੈਤਾ ਪਾਲਣਾ ਕਰਨ ਵਾਲਾ ਹੈ। ਆਪ ਹੀ ਤੂੰ ਜ਼ੋਰ ਦਾ ਮਾਲਕ ਹੈ, ਆਪ ਹੀ ਤੂੰ ਸੁਰਤ ਵਾਲਾ ਹੈ, ਆਪ ਹੀ ਤੂੰ ਆਪਣੀ ਸ਼ਕਤੀ ਦੇ ਅੰਦਰ, ਰਜਾ ਦੇ ਅੰਦਰ ਸਾਰੇ ਜਗਤ ਨੂੰ ਪਰੋਣ ਵਾਲਾ ਹੈ। ਕਹਿਣ ਤੋਂ ਭਾਵ, ਸਾਰੀ ਪੰਕਤੀ ਦਾ ਭਾਵ ਕਿ ਤੂੰ ਆਪ ਹੀ ਆਪ ਪਸਰਿਆ ਹੋਇਆ ਹੈ। ਆਪੇ ਭੇਜੇ ਆਪੇ ਸੱਦੇ, ਰਚਨਾ ਰਚ ਰਚ ਵੇਖੈ। ਆਪੇ ਭੇਜੇ ਦਾ ਮਤਲਬ ਜੀਵਾਂ ਨੂੰ ਇੱਥੇ ਭੇਜਦਾ ਹੈ। ਸੱਦੇ ਦਾ ਮਤਲਬ ਆਪ ਹੀ ਸੱਦਦਾ ਹੈ। ਰਚਨਾ ਰਚ ਰਚ ਕੁਦਰਤ ਨੂੰ ਸਾਜ ਕੇ, ਵੇਖੇ ਦਾ ਮਤਲਬ ਸੰਭਾਲਦਾ ਹੈ। ਹੁਣ ਆਪੇ ਭੇਜੇ ਆਪੇ ਸੱਦੇ ਦਾ ਮਤਲਬ ਇਹ ਨਹੀਂ ਹੈ ਕਿ ਉੱਤੋਂ ਆਪ ਬੈਠਾ ਕਿਸੇ ਨੂੰ ਘੱਲ ਦਿੰਦਾ ਹੈ ਤੇ ਫਿਰ ਚਿੱਠੀ ਪਾ ਕੇ ਸੱਦਦਾ ਹੈ। ਇੱਥੇ ਭੇਜੇ ਸੱਦੇ ਦਾ ਮਤਲਬ ਹੈ ਜਨਮ ਔਰ ਮੌਤ, ਕਿ ਹੁਕਮ ਦੇ ਅੰਦਰ ਹੀ ਜਨਮ ਹੁੰਦਾ ਹੈ, ਹੁਕਮ ਦੇ ਅੰਦਰ ਹੀ ਮੌਤ ਹੋ ਜਾਂਦੀ ਹੈ। ਤੇਰੇ ਹੁਕਮ ਵਿੱਚ ਜੀਵ ਜਗਤ ਤੇ ਆਉਂਦੇ ਨੇ, ਤੇਰੇ ਹੁਕਮ ਦੇ ਵਿੱਚ ਹੀ ਉਹਨਾਂ ਦਾ ਜੀਵਨ ਮੁੱਕ ਜਾਂਦਾ ਹੈ। ਤੇ ਆਪ ਹੀ ਤੂੰ ਰਚਨਾ ਰਚ ਰਚ ਕੇ ਵੇਖ ਰਿਹਾ ਹੈ, ਮਤਲਬ ਸੰਭਾਲ ਕਰ ਰਿਹਾ ਹੈ। ਤਾਂ ਇੱਥੇ ਤਿੰਨ ਚੀਜ਼ਾਂ ਨੇ, ਉਤਪत्ति, ਪਾਲਣਾ ਔਰ ਸੰਭਾਲ ਤੇ ਲੈਤਾ। ਇਹ ਸਭ ਤੇਰੇ ਹੁਕਮ ਵਿੱਚ ਹੋ ਰਹੀ ਹੈ। ਤੂੰ ਰਚਦਾ ਹੈ, ਉਤਪत्ति ਹੋ ਰਹੀ ਹੈ, ਸੱਦੇ ਲੈਤਾ ਹੋ ਰਹੀ ਹੈ, ਮੌਤ ਹੋ ਰਹੀ ਹੈ। ਵੇਖੇ ਦਾ ਮਤਲਬ ਸੰਭਾਲ ਕਰ ਰਿਹਾ ਹੈ, ਯਾਨੀ ਇਹ ਸਾਰਾ ਕੁਝ ਤੇਰੇ ਹੁਕਮ ਦੇ ਅੰਦਰ ਹੋ ਰਿਹਾ ਹੈ। ਉਤਪत्ति, ਲੈਤਾ, ਪਾਲਣਾ, ਸੰਚਾਲਨ ਆਦਿ। ਨਾਨਕ ਸੱਚਾ ਸੱਚੀ ਨਾਈ, ਸੱਚ ਪਵੈ ਧੁਰ ਲਿਖੈ। ਨਾਈ ਦਾ ਮਤਲਬ ਵਡਿਆਈ, ਨਾਈ ਦਾ ਮਤਲਬ ਵਡਿਆਈ। ਲਿਖੈ, ਪਵੈ ਲੇਖੇ ਦਾ ਮਤਲਬ ਪ੍ਰਵਾਨ ਹੁੰਦਾ ਹੈ। हे ਨਾਨਕ, ਉਹ ਪ੍ਰਭੂ ਸਦਾ ਥਿਰ ਰਹਿਣ ਵਾਲਾ ਹੈ, ਸੱਚਾ ਹੈ, ਸदैव ਹੈ, ਅਬਿਨਾਸ਼ੀ ਹੈ। ਸੱਚੀ ਨਾਈ ਤੇ ਉਹਦੀ ਵਡਿਆਈ ਵੀ ਸੱਚੀ ਹੈ, ਉਹਦੇ ਗੁਣ ਵੀ ਸੱਚੇ ਨੇ, ਪਰਿਪੂਰਨ ਨੇ। ਸੱਚ ਪਵੇ ਧੁਰ ਲਿਖੇ, ਤੇ ਪ੍ਰਭੂ ਦੇ ਦਰ ਤੇ ਸੱਚ ਹੀ ਪ੍ਰਵਾਨ ਹੁੰਦਾ ਹੈ। ਸੱਚ ਪ੍ਰਵਾਨ ਹੁੰਦਾ ਹੈ, ਯਾਨੀ ਆਪ ਸੱਚਾ ਹੈ, ਵਡਿਆਈ ਸੱਚੀ ਹੈ, ਤੇ ਉਹਦੇ ਦਰ ਤੇ ਸੱਚ ਹੀ ਪ੍ਰਵਾਨ ਹੋਏਗਾ। ਰੱਬੀ ਦਰ ਤੇ ਸੱਚ ਪ੍ਰਵਾਨ ਹੋਏਗਾ। ਜੇ ਕੋਈ ਬੰਦਾ ਇਹ ਕਹੇ ਕਿ ਮੈਂ ਬਨਾਵਟੀ ਜ਼ਿੰਦਗੀ ਜੀ ਕੇ ਰੱਬ ਦੇ ਦਰ ਦੀ ਪ੍ਰਵਾਨਗੀ ਪ੍ਰਾਪਤ ਕਰਾਂ, ਤਾਂ ਉਹ ਭੁਲੇਖਾ ਹੈ। ਰੱਬ ਦੇ ਦਰ ਤੇ ਸੱਚ ਪ੍ਰਵਾਨ ਹੋਣਾ ਹੈ, ਕੋਈ ਕਰਮ ਕਾਂਡ ਪ੍ਰਵਾਨ ਨਹੀਂ ਹੋਣਾ। ਤੇ ਜੇ ਕੋਈ ਕਹੇ ਕਿ ਮੈਂ ਤੇ ਵਰਤ ਬੜੇ ਰੱਖਦਾ ਸਾਂ, ਰੱਬ ਦੇ ਨਾਮ ਤੇ ਵਰਤ ਰੱਖਦਾ ਸਾਂ, ਤੇ ਮੈਨੂੰ ਤੇ ਜ਼ਿੰਦਗੀ ਦੇ ਵਿੱਚ ਦੁੱਖ ਆ ਰਹੇ ਨੇ, ਬਈ ਭਲੇ ਪੁਰਸ਼ਾ ਵਰਤ ਤੇ ਰੱਖਦਾ ਸੈਂ ਤੇ ਜਿਹੜੀਆਂ ਠੱਗੀਆਂ ਮਾਰਦਾ ਸੈਂ, ਜਿਹੜੇ 2 ਨੰਬਰ ਦੇ ਧੰਦੇ ਕਰਦਾ ਸੈਂ, ਜੋ ਈਰਖਾ ਦਵੈਸ਼ ਸੀ ਤੇਰੇ ਅੰਦਰ, ਉਹ ਫਲ ਤੇ ਉਹਦਾ ਮਿਲਣਾ ਤੈਨੂੰ। ਵਰਤਾਂ ਨਾਲ ਥੋੜੀ ਤੇਰੇ ਪਾਪ ਧੁੱਪ ਜਾਣੇ ਨੇ। ਮੈਂ ਤੇ ਜੀ ਮੱਥੇ ਬੜੇ ਟੇਕਦਾ ਸਾਂ, ਮੈਂ ਤੀਰਥਾਂ ਤੇ ਨਹਾਉਂਦਾ ਸਾਂ, ਪੁੰਨਦਾਨ ਮੈਂ ਬੜਾ ਕਰਦਾ ਸਾਂ, ਪਾਠ ਪੂਜਾ ਬੜੀ ਕਰਾਂਦਾ ਸੀ। ਬਈ ਕਰਾਂਦਾ ਸਾਂ ਪਾਠ ਪੂਜਾ, ਤੇ ਮਲਕ ਭਾਗੋ ਵੀ ਕਰਾਂਦਾ ਸੀ। ਸੋਰਸਿਸ ਵੇਖਣਾ ਆਪਣੇ, ਤੇਰੇ ਸੋਰਸਿਸ ਕੀ ਨੇ ਕਮਾਈ ਦੇ, ਜਿੱਥੋਂ ਦਾਨ ਕਰ ਰਿਹਾ ਹੈ, ਜਿੱਥੋਂ ਪਾਠ ਪੂਜਾ ਕਰਨ ਵਾਲੇ ਪੁਜਾਰੀ ਨੂੰ ਭੇਟਾ ਦੇ ਰਿਹਾ ਹੈ, ਉਹ ਭੇਟਾ ਵਾਲੇ ਪੈਸੇ ਕਿੱਥੋਂ ਆਏ ਨੇ? 2 ਨੰਬਰ ਦੇ ਧੰਦੇ, ਰਿਸ਼ਵਤਖੋਰੀ ਕਰ ਕਰਕੇ। ਤੇਰੇ ਅੰਦਰ ਈਰਖਾ ਦਵੈਸ਼, ਵੈਰ ਵਿਰੋਧ, ਬੇਗਾਨੇ ਤੂੰ ਹੱਕ ਖਾਨਾ ਹੈ।
ਤਾਂ ਫਿਰ ਤੇਰੀ ਪਾਠ ਪੂਜਾ ਵਿਖਾਵੇ ਦੀ ਥੋੜਾ ਤੈਨੂੰ ਤੇਰਾ ਪਾਰ ਉਤਾਰਾ ਕਰੇਗੀ। ਇਸ ਲਈ ਸੱਚ ਪ੍ਰਵਾਨ ਹੁੰਦਾ ਹੈ। ਸੱਚ ਪ੍ਰਵਾਨ ਦਾ ਮਤਲਬ ਜੋ ਮਨ, ਬਚਨ ਔਰ ਕਰਮ ਕਰਕੇ ਸੱਚੀ ਜ਼ਿੰਦਗੀ ਜੀਂਦਾ ਹੈ, ਉਹ ਰੱਬੀ ਦਰ ਤੇ ਪ੍ਰਵਾਨ ਮੰਨਿਆ ਜਾਏਗਾ, ਕਰਮ ਕਾਂਡਾ ਕਰਕੇ ਨਹੀਂ। ਕਿਉਂਕਿ ਉਹ ਆਪ ਸੱਚਾ ਹੈ, ਉਹਦੀ ਸ਼ੋਭਾ ਸੱਚੀ ਹੈ, ਸੱਚ ਹੀ ਉੱਥੇ ਪ੍ਰਵਾਨ ਹੈ। ਪੌੜੀ, ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਈ। ਅਲਖ ਦਾ ਮਤਲਬ ਜੋ ਦਿਸਦਾ ਨਹੀਂ। ਹੁਣ ਨਿਰੰਜਨ ਦਾ ਮਤਲਬ ਮਾਇਆ ਦੀ ਮੈਲ ਤੋਂ ਰਹਿਤ, ਅਦ੍ਰਿਸ਼ਟ। ਲਖਿਆ ਜਾਈ ਦਾ ਮਤਲਬ ਕਿਵੇਂ ਦਿਸੇ। ਮਾਇਆ ਰਹਿਤ ਪ੍ਰਭੂ ਦਾ ਕੋਈ ਖਾਸ ਚਿਹਨ ਚੱਕਰ ਨਹੀਂ ਹੈ, ਦਿਸਦਾ ਨਹੀਂ ਹੈ, ਤਾਂ ਉਹਨੂੰ ਕਿਵੇਂ ਵੇਖੀਏ, ਕਿਵੇਂ ਲਖਿਆ ਜਾਏ, ਕਿਵੇਂ ਉਹਨੂੰ ਬਿਆਨ ਕਰੀਏ। ਜੇ ਤਾਂ ਰੂਪ ਰੇਖ ਰੰਗ ਹੋਵੇ ਫਿਰ ਤਾਂ ਅਸੀਂ ਕਿਸੇ ਚੀਜ਼ ਨੂੰ ਵੇਖ ਸਕਨੇ ਆ ਕਿ ਉਹ ਮਕਾਨ ਹੈ, ਤਾਂ ਮਕਾਨ ਦੀਆਂ ਇੱਟਾਂ ਨੇ, ਉਹਦਾ ਡਿਜ਼ਾਈਨ ਹੈ, ਲੰਬਾਈ, ਉਚਾਈ, ਚੌੜਾਈ ਹੈ, ਰੰਗ ਹੈ, ਦਿਸਦਾ ਹੈ। ਰੁੱਖ ਦਰਖਤ ਨੇ, ਉਹਨਾਂ ਦਾ ਆਕਾਰ ਹੈ, ਦਿਸ ਰਿਹਾ ਹੈ। ਹੁਣ ਤੁਹਾਡਾ ਸਰੀਰ ਹੈ, ਤੁਹਾਡਾ ਰੂਪ ਰੰਗ ਹੈ, ਮੈਨੂੰ ਤੁਸੀਂ ਦਿਸ ਰਹੇ ਹੋ, ਮੇਰਾ ਰੂਪ ਰੰਗ ਹੈ, ਮੈਂ ਤੁਹਾਨੂੰ ਦਿਸ ਰਿਹਾ। ਹੁਣ ਜਿਹੜੀ ਚੀਜ਼ ਦਾ ਕੋਈ ਰੂਪ ਰੇਖ ਰੰਗ ਆਕਾਰ ਹੀ ਨਾ ਹੋਵੇ, ਉਹਨੂੰ ਵੇਖੀਏ ਕਿਵੇਂ, ਦਿਸੇ ਕਿਵੇਂ, ਉਹਨੂੰ ਕਿਵੇਂ ਵੇਖੋਗੇ, ਦਿਸੇਗਾ ਤੇ ਆਕਾਰ। ਤਾਂ ਗੁਰੂ ਜੀ ਕਹਿੰਦੇ ਨੇ ਜਿਸ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ, ਉਹਨੂੰ ਕਿਵੇਂ ਬਿਆਨ ਕਰੀਏ। ਦੂਜੀ ਗੱਲ ਕਹਿੰਦੇ ਨੇ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ। ਨਾਮ ਨਿਰੰਜਨ ਦਾ ਮਤਲਬ ਨਿਰੰਜਨ ਦਾ ਨਾਮ, ਹੁਕਮ, ਸਿਫਤ, ਸਲਾਹ, ਗੁਣ। ਮਾਇਆ ਰਹਿਤ ਪ੍ਰਭੂ ਦਾ ਨਾਮ ਹੁਕਮ ਸਾਡੇ ਨਾਲ ਹੈ ਕਿਉਂ ਪਾਈਏ ਭਾਈ। ਫਿਰ ਉਹਨੂੰ ਕਿਵੇਂ ਪਾਈਏ, ਜਿਹੜਾ ਹੈ ਹੀ ਨਾਲ, ਜਿਹੜਾ ਹੈ ਹੀ ਨਾਲ, ਉਹਨੂੰ ਕਿਵੇਂ ਪਾਈਏ। ਦੇਖੋ ਬੰਦੇ ਦੀ ਕਿਹੜੀ ਵੱਡੀ ਪ੍ਰੋਬਲਮ ਹੈ। ਜ਼ਿੰਦਗੀ ਦਾ ਸਭ ਤੋਂ ਵੱਡਾ ਦੁਖਾਂਤ ਬੰਦੇ ਦਾ ਇਹ ਹੈ, ਰੱਬ ਦੀ ਹੋਂਦ ਵਿੱਚ ਬੰਦਾ ਵਿਸ਼ਵਾਸ ਰੱਖ ਰਿਹਾ ਹੈ, ਔਰ ਬੰਦੇ ਦਾ ਇਹ ਵੀ ਵਿਸ਼ਵਾਸ ਹੈ ਕਿ ਉਹ ਕਣ ਕਣ ਦੇ ਅੰਦਰ ਸਮਾਇਆ ਹੋਇਆ ਹੈ। ਬੰਦੇ ਦਾ ਇਹ ਵੀ ਵਿਸ਼ਵਾਸ ਹੈ ਕਿ ਉਹ ਮੇਰੇ ਅੰਦਰ ਵੀ ਹੈ, ਦੂਜਿਆਂ ਸਾਰਿਆਂ ਦੇ ਅੰਦਰ ਵੀ ਹਰ ਵਕਤ ਅੰਗ ਸੰਗ ਹੈ, ਹਰ ਵਕਤ ਫੈਲਿਆ ਹੋਇਆ ਹੈ। ਤੇ ਗੁਰੂ ਜੀ ਕਹਿੰਦੇ ਨੇ ਜਿਹੜਾ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਆਕਾਸ਼ ਵਿੱਚ, ਮੇਰੇ ਵਿੱਚ, ਤੁਹਾਡੇ ਵਿੱਚ, ਸਾਰਿਆਂ ਦੇ ਅੰਦਰ ਵਸਦਾ ਹੋਵੇ, ਤੇ ਬੰਦਾ ਆਪ ਵੀ ਇਹ ਗੱਲ ਮੰਨਦਾ ਹੋਵੇ, ਤੇ ਉਸ ਰੱਬ ਦੇ ਨਾਲ ਇਹਦਾ ਸੰਬੰਧ ਨਾ ਹੋਵੇ, ਉਹ ਇਹਨੂੰ ਦਿਸੇ ਨਾ, ਉਹਦੇ ਨਾਲ ਬੋਲ ਚਾਲ ਨਾ ਹੋਵੇ, ਸਾਂਝ ਨਾ ਹੋਵੇ, ਸੰਬੰਧ ਨਾ ਹੋਵੇ, ਤਾਂ ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਹੈ। ਇਸ ਤੋਂ ਵੱਡਾ ਕਿਹੜਾ ਦੁੱਖ ਬਿਆਨ ਕਰਾਂ ਕਿ ਜੋ ਜਰਰੇ ਜਰਰੇ ਵਿੱਚ ਰਮਿਆ ਹੈ, ਮੇਰੇ ਤੁਹਾਡੇ ਅੰਦਰ ਵਸਦਾ ਹੈ, ਪਰ ਉਹਦੇ ਨਾਲ ਮੇਰਾ ਕੋਈ ਨਾਤਾ ਸੰਬੰਧ ਨਹੀਂ, ਉਹਨੂੰ ਮੈਂ ਵੇਖ ਨਹੀਂ ਪਾ ਰਿਹਾ, ਅਨੁਭਵ ਨਹੀਂ ਕਰ ਪਾ ਰਿਹਾ। ਇਸ ਤੋਂ ਵੱਡਾ ਦੁੱਖ ਕੀ ਹੋ ਸਕਦਾ ਕਿ ਸਰੋਵਰ ਪਾਣੀ ਦਾ ਭਰਿਆ ਹੋਏ ਤੇ ਬੰਦਾ ਪਿਆਸਾ ਮਰ ਜਾਏ, 36 ਕਿਸਮ ਦੇ ਭੋਜਨ ਪਦਾਰਥ ਹੋਣ ਤੇ ਬੰਦਾ ਖਾ ਨਾ ਸਕੇ ਤੇ ਭੁੱਖ ਦੇ ਨਾਲ ਮਰ ਜਾਏ, ਰੱਬ ਕਣ ਕਣ ਵਿੱਚ ਸਮਾਇਆ ਹੋਵੇ ਤੇ ਬੰਦਾ ਉਹਨੂੰ ਵੇਖ ਨਾ ਸਕੇ ਤੇ ਆਤਮਕ ਮੌਤ ਤੇ ਮਰ ਜਾਏ। ਇਸ ਤੋਂ ਵੱਡਾ ਦੁੱਖ ਹੋਰ ਕੀ ਹੋ ਸਕਦਾ। ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਹੋਣਾ, ਸੋ ਪ੍ਰਭ ਚਿਤ ਨਾ ਆਵੇ, ਕਿਤੜਾ ਦੁੱਖ ਗਣਾ। ਤਾਂ ਗੁਰੂ ਜੀ ਕਹਿੰਦੇ ਨੇ ਨਾਲ ਹੈ, ਤਾਂ ਉਹਨੂੰ ਕਿਵੇਂ ਪਾਈਏ। ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ। ਨਾਮ ਨਿਰੰਜਨ ਦਾ ਮਤਲਬ ਨਿਰੰਜਨ ਦਾ ਨਾਮ, ਹੁਕਮ। ਰਵਿਆ ਦਾ ਮਤਲਬ ਰਵਿਆ ਹੋਇਆ ਹੈ, ਸਭ ਠਾਈ ਦਾ ਮਤਲਬ ਸਭ ਥਾਵਾਂ ਤੇ। ਮਾਇਆ ਰਹਿਤ ਪ੍ਰਭੂ ਦਾ ਹੁਕਮ ਸਭ ਥਾਵਾਂ ਤੇ ਵਰਤ ਰਿਹਾ ਹੈ, ਤੇ ਪ੍ਰਭੂ ਸਭ ਥਾਵਾਂ ਤੇ ਮੌਜੂਦ ਹੈ, ਕਣ ਕਣ ਵਿੱਚ ਰਮਿਆ ਹੋਇਆ ਹੈ। ਤਾਂ ਹੁਣ ਐਸਾ ਪ੍ਰਭੂ ਨੂੰ ਕਿਵੇਂ ਪਾਇਆ ਜਾਏ, ਉਹਦਾ ਸਾਧਨ ਦੱਸਦੇ ਨੇ ਪਏ ਕਿ ਸਾਨੂੰ ਕਰਨਾ ਕੀ ਚਾਹੀਦਾ ਹੈ। ਗੁਰ ਪੂਰੇ ਤੇ ਪਾਈਐ ਹਿਰਦੇ ਦੇ ਦਿਖਾਈ। ਇਹ ਜੋ ਹੁਕਮ ਹੈ, ਜੋ ਪ੍ਰਭੂ ਹੈ, ਪੂਰੇ ਸਤਿਗੁਰ ਤੋਂ ਮਿਲਦਾ ਹੈ, ਤੇ ਪੂਰਾ ਗੁਰੂ ਜੋ ਪ੍ਰਭੂ ਦਾ ਸਰੂਪ ਹੈ, ਗੁਣ ਨੇ, ਹਿਰਦੇ ਦੇ ਦਿਖਾਈ ਦਾ ਮਤਲਬ ਸਾਡੇ ਅੰਦਰ ਹੀ ਸਾਨੂੰ ਵਿਖਾ ਦਿੰਦਾ ਹੈ ਕਿ ਭਲਿਆ ਤੇਰੇ ਅੰਦਰ ਹੀ ਹੈ ਸਾਰਾ ਕੁਝ। ਗੁਰੂ ਰਾਹੀਂ ਇਸ ਗੱਲ ਦਾ ਪਤਾ ਲੱਗਦਾ ਹੈ, ਗਿਆਨ ਗੁਰੂ ਰਾਹੀਂ। ਜਦੋਂ ਅਸੀਂ ਗਿਆਨ ਗੁਰੂ ਦੀ ਵਰਤੋਂ ਕਰਾਂਗੇ ਨਾ, ਫਿਰ ਸਮਝ ਆ ਜਾਏਗੀ ਕਿ ਰੱਬ ਸਾਡੇ ਅੰਦਰ ਹੈ ਤੇ ਸਹੀ ਹੈ, ਸਤ ਸੰਤੋਖ ਦਇਆ ਧਰਮ ਸਾਰੇ ਗੁਣ ਤੇ ਵਿੱਚ ਮੌਜੂਦ ਨੇ। ਤੇ ਜੇ ਇਸ ਗੱਲ ਦਾ ਸਮਝ ਆ ਜਾਏ ਕਿ ਮੇਰੇ ਅੰਦਰ ਗੁਣ ਮੌਜੂਦ ਨੇ, ਤੇ ਫਿਰ ਅਗਲਾ ਕੰਮ ਕਰੋ, ਇਹਨਾਂ ਨੂੰ ਯੂਜ਼ ਕਰੋ। ਪੂਰੇ ਗੁਰੂ ਰਾਹੀਂ ਇਸ ਚੀਜ਼ ਦੀ ਸਮਝ ਪੈਂਦੀ ਹੈ ਕਿ ਪਿਆਰਿਆ, ਗੁਣ ਤੇਰੇ ਅੰਦਰ ਨੇ, ਉਹਨਾਂ ਨੂੰ ਯੂਜ਼ ਕਰ, ਉਹਨਾਂ ਦੀ ਵਰਤੋਂ ਕਰ। ਗੁਰੂ ਵਿਖਾਉਂਦਾ ਹੈ, ਗੁਰੂ ਦੇ ਗਿਆਨ ਰਾਹੀਂ ਸਮਝ। ਨਾਨਕ ਨਦਰੀ ਕਰਮ ਹੋਏ, ਗੁਰ ਮਿਲੀਐ ਭਾਈ।
ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਦੋਂ ਗੁਰੂ ਮਿਲਦਾ ਹੈ ਤਾਂ ਪ੍ਰਭੂ ਦੀ ਸਵੱਲੀ ਨਜ਼ਰ ਹੁੰਦੀ ਹੈ, ਰਹਿਮਤ ਹੁੰਦੀ ਹੈ। ਯਾਨੀ ਗੁਰੂ ਦੇ ਰਾਹੀਂ ਅਸੀਂ ਪ੍ਰਭੂ ਦੇ ਵਿੱਚ ਮਿਲਦੇ ਹਾਂ ਔਰ ਪ੍ਰਭੂ ਦੀ ਸਵੱਲੀ ਨਜ਼ਰ ਔਰ ਰਹਿਮਤ ਬਖਸ਼ਿਸ਼ ਦੇ ਪਾਤਰ ਬਣਦੇ ਹਾਂ। ਤਾਂ ਜਦੋਂ ਅਸੀਂ ਸਾਰੀ ਪਾਵਨ ਬਾਣੀ ਨੂੰ ਵਿਚਾਰਦੇ ਹਾਂ ਤਾਂ ਹਰ ਸ਼ਬਦ ਦੇ ਅੰਦਰ ਸਾਨੂੰ ਇਹ ਚੀਜ਼ ਤਾਂ ਮਿਲ ਰਹੀ ਹੈ, ਇੱਕ ਗੱਲ ਤਾਂ ਕਾਮਨ ਮਿਲ ਰਹੀ ਹੈ ਕਿ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਹੈ, ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਣੀ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਫੋਲੋ ਕਰਨਾ ਹੈ, ਰੱਬ ਦੇ ਵਿੱਚ ਮਿਲ ਜਾਣਾ ਹੈ। ਮੇਨ ਗੱਲ ਆਪ ਨੂੰ ਹਰ ਸ਼ਬਦ ਦੇ ਅੰਦਰ ਇਹ ਮਿਲੇਗੀ। ਸ਼ਲੋਕ ਮਹਿਲਾ ਪਹਿਲਾ, ਕੱਲ ਹੋਈ ਕੁੱਤੇ ਮੁਹੀ ਖਾਜ ਹੁਆ ਮੁਰਦਾਰ। ਇੱਥੇ ਕੱਲ ਦਾ ਮਤਲਬ ਹੈ ਕਲਯੁਗੀ ਸ੍ਰਿਸ਼ਟੀ, ਕਲਯੁਗੀ ਲੁਕਾਈ। ਤੇ ਯਾਦ ਰੱਖਣਾ ਇੱਥੇ ਸਾਰੀ ਸ੍ਰਿਸ਼ਟੀ ਦੀ ਗੱਲ ਨਹੀਂ ਹੈ ਕਿ ਪੂਰੀ ਦੁਨੀਆ ਹੀ ਐਵੇਂ ਹੋ ਗਈ ਹੈ। ਕਲਯੁਗ ਜਿਹੜਾ ਸਮਾਂ ਹੈ ਵਰਤ ਗਿਆ ਹੈ, ਇਹ ਉਸ ਚੀਜ਼ ਦੇ ਨਾਲ ਰਿਲੇਟ ਨਹੀਂ। ਆਪਾਂ ਚੀਜ਼ਾਂ ਵਿਚਾਰ ਚੁੱਕੇ ਹਾਂ ਕਿ ਕੋਈ ਸਮਾਂ ਚੰਗਾ ਔਰ ਮਾੜਾ ਨਹੀਂ ਹੁੰਦਾ। ਕਲਯੁਗ ਐਸਾ ਨਹੀਂ ਹੈ ਕਿ ਕਲਯੁਗ ਦੇ ਵਿੱਚ ਸਾਰੇ ਲੋਕ ਮਾੜੇ ਨੇ। ਅਸੀਂ ਜਿਵੇਂ ਕਹਿ ਦਿੰਦੇ ਆ ਵੀ ਹੁਣ ਤੇ ਕਲਯੁਗ ਵਰਤ ਗਿਆ ਹੈ, ਪਾਪ ਅਪਰਾਧ ਨੇ। ਵੀ ਭਲੇ ਪੁਰਸ਼ੋ 10 ਗੁਰੂ ਸਾਹਿਬਾਨ ਕਲਯੁਗ ਵਿੱਚ ਹੀ ਹੋਏ ਨੇ। 35 ਭਗਤ ਆਪਣੇ ਜਿੰਨੇ ਵੀ ਆਪਣੇ ਭਗਤ ਨੇ, 15 ਭਗਤ ਨੇ, 11 ਭੱਟ ਨੇ, ਇਹ ਸਾਰੇ ਕਲਯੁਗ ਵਿੱਚ ਹੀ ਹੋਏ ਨੇ। 3 ਗੁਰਸਿੱਖ ਜਿਨ੍ਹਾਂ ਦੀ ਬਾਣੀ ਹੈ ਕਲਯੁਗ ਵਿੱਚ ਹੀ ਹੋਏ ਨੇ। ਹਜ਼ਾਰਾਂ ਸਿੱਖ, ਲੱਖਾਂ ਸਿੱਖ ਜਿਨ੍ਹਾਂ ਦਾ ਨਾਮ ਅਸੀਂ ਅਰਦਾਸ ਵਿੱਚ ਲੈਂਦੇ ਹਾਂ ਕਲਯੁਗ ਵਿੱਚ ਹੀ ਹੋਏ ਨੇ। ਅੱਜ ਵੀ ਕਿੰਨੇ ਚੰਗੇ ਚੰਗੇ ਭਲੇ ਪੁਰਸ਼ ਲੋਕ ਨੇ ਕਲਯੁਗ ਵਿੱਚ ਹੀ ਨੇ। ਆ ਜਿੰਨੇ ਵੀ ਸਾਇੰਟਿਸਟ ਨੇ ਜਿਨ੍ਹਾਂ ਨੇ ਆ ਖੋਜਾਂ ਕਰਕੇ ਤੁਹਾਡੇ ਵਾਸਤੇ ਸੁੱਖਾਂ ਦੇ ਸਾਧਨ ਪੈਦਾ ਕੀਤੇ ਨੇ, ਸਾਰੇ ਕਲਯੁਗ ਵਿੱਚ ਹੀ ਹੋਏ ਨੇ। ਇਸ ਲਈ ਸਮਾਂ ਕੋਈ ਮਾੜਾ ਨਹੀਂ ਹੁੰਦਾ। ਇੱਥੇ ਕੱਲ ਹੋਈ ਕੁੱਤੇ ਮੁਹੀ, ਕੱਲ ਦਾ ਮਤਲਬ ਉਹ ਸੋਚ ਜਿਹੜੀ ਸੋਚ ਰੱਬ ਨਾਲੋਂ ਟੁੱਟੀ ਹੋਈ ਹੈ। ਕਲਯੁਗ ਪੈਦਾ ਕਦੋਂ ਹੁੰਦਾ ਹੈ? ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੁੰਦਾ। ਜਦੋਂ ਅਸੀਂ ਸੱਚ ਨਾਲੋਂ ਟੁੱਟਦੇ ਆ ਨਾ, ਸਾਡੀ ਮੈਂਟੈਲਿਟੀ ਵਿੱਚ ਸੱਚ ਨਹੀਂ ਹੁੰਦਾ, ਤਾਂ ਉਦੋਂ ਜਿਹੜਾ ਵਰਤਾਰਾ ਸਾਡੀ ਸੋਚ ਅੰਦਰ ਹੁੰਦਾ ਹੈ, ਉਸ ਵਰਤਾਰੇ ਨੂੰ ਕਲਯੁਗ ਗੁਰਬਾਣੀ ਵਿੱਚ ਕਿਹਾ ਗਿਆ ਹੈ। ਸੋਚ ਜਿਹੜੀ ਹੁੰਦੀ ਹੈ ਸਾਡੀ ਨਾ, ਜਦੋਂ ਸਤ ਸੰਤੋਖ ਦਇਆ ਧਰਮ ਨਹੀਂ, ਸੋਚ ਦੇ ਅੰਦਰ ਈਰਖਾ ਦਵੇਸ਼ ਵੈਰ ਵਿਰੋਧ ਹੈ, ਤਾਂ ਅੰਦਰ ਕਲਯੁਗ ਵਰਤ ਰਿਹਾ ਹੈ। ਉਸ ਸੋਚ ਨੂੰ ਕਲਯੁਗੀ ਕਿਹਾ ਹੈ। ਸੱਚ ਨਾਲੋਂ ਟੁੱਟੀ ਹੋਈ ਲੁਕਾਈ, ਕਲ ਦਾ ਮਤਲਬ ਸੱਚ ਨਾਲੋਂ ਟੁੱਟੀ ਲੁਕਾਈ। ਕੁੱਤੇ ਮੁਹੀ, ਹੁਣ ਕੁੱਤੇ ਮੁਹੀ ਦਾ ਮਤਲਬ ਕੁੱਤੇ ਦੇ ਮੂੰਹ ਵਾਲੀ। ਕੁੱਤੇ ਮੁਹੀ ਦਾ ਮਤਲਬ ਕੁੱਤੇ ਦੇ ਮੂੰਹ ਵਾਲੀ। ਹੁਣ ਕੁੱਤੇ ਦੇ ਮੂੰਹ ਵਾਲੀ ਦਾ ਮਤਲਬ ਇਹ ਨਹੀਂ ਕਿ ਬੰਦਿਆਂ ਦੇ ਮੂੰਹ ਕੁੱਤਿਆਂ ਵਾਲੇ ਹੋ ਗਏ ਨੇ, ਮੂੰਹ ਤੇ ਬੰਦਿਆਂ ਵਾਲੇ ਨੇ ਸਾਰਿਆਂ ਦੇ। ਕੁੱਤੇ ਮੂੰਹ ਦਾ ਮਤਲਬ ਹੈ ਕਿ ਕੁੱਤਾ ਜਿਹੜਾ ਹੈ ਮੁਰਦਾਰ ਖਾਂਦਾ ਹੈ ਹੱਡੋ ਰੋੜੇ ਵਿੱਚ। ਕੁੱਤਾ ਜਿਹੜਾ ਹੈ ਮੁਰਦਾਰ ਖਾਂਦਾ ਹੈ। ਕੁੱਤੇ ਨੂੰ ਜਿਵੇਂ ਹਲਕ ਕੁੱਦ ਜਾਂਦਾ ਹੈ ਤੇ ਫਿਰ ਜਦੋਂ ਹਲਕ ਕੁੱਦੇ ਉਹ ਆਪਣੇ ਮਾਲਕਾਂ ਨੂੰ ਵੀ ਵੱਢ ਜਾਂਦਾ ਹੈ। ਤੇ ਕੁੱਤਾ ਜਿਹੜਾ ਹੈ ਮੁਰਦਾਰ ਦੇ ਨਾਲ ਉਹਦਾ ਪਿਆਰ ਹੈ, ਮਰੇ ਹੋਏ ਪਸ਼ੂਆਂ ਨੂੰ ਖਾਣਾ ਕੁੱਤੇ ਨੂੰ ਬੜਾ ਚੰਗਾ ਲੱਗਦਾ ਹੈ। ਖਾਜ ਹੋਆ ਮੁਰਦਾਰ, ਖਾਜ ਦਾ ਮਤਲਬ ਖੁਰਾਕ, ਮੁਰਦਾਰ ਦਾ ਮਤਲਬ ਹਰਾਮ ਖਾਣਾ। ਤਾਂ ਗੁਰੂ ਜੀ ਕਹਿੰਦੇ ਨੇ ਰੱਬ ਤੋਂ ਵਿਛੜੀ ਹੋਈ ਲੁਕਾਈ ਕੁੱਤੇ ਵਾਂਗ ਖਾਣ ਦਾ ਹਲਕ ਕੁੱਦਿਆ ਰਹਿੰਦਾ ਹੈ ਤੇ ਵੱਡੀ ਆਦਿਕ ਹਰਾਮ ਚੀਜ਼ ਇਹਦਾ ਮਨ ਪਾਉਂਦਾ ਖਾਣਾ ਬਣ ਜਾਂਦਾ ਹੈ। ਜਿਵੇਂ ਕੁੱਤੇ ਦਾ ਮਨ ਪਾਉਂਦਾ ਖਾਣਾ ਮੁਰਦਾਰ ਹੈ ਨਾ, ਐਵੇਂ ਜਿਹੜੀ ਰੱਬ ਦੇ ਨਾਲੋਂ ਵਿਛੜੀ ਹੋਈ ਲੁਕਾਈ ਹੈ, ਉਹਦਾ ਵੀ ਹਰਾਮ ਖਾਣਾ, ਰਿਸ਼ਵਤਖੋਰੀ, ਚੋਰ ਬਜ਼ਾਰੀ ਕਰਨਾ, ਇਹ ਉਹਨਾਂ ਦਾ ਖਾਣਾ ਹੋ ਗਿਆ ਹੈ। ਕੁੱਤੇ ਮੁਹੀ ਉਹਨਾਂ ਨੂੰ ਕਹਿ ਰਹੇ ਨੇ ਜੋ ਰੱਬ ਨਾਲੋਂ ਟੁੱਟੇ ਹੋਏ, ਗੁਨਾਹ ਨਾਲੋਂ ਟੁੱਟੇ ਹੋਏ ਨੇ, ਸੱਚ ਨਾਲੋਂ ਟੁੱਟੇ ਹੋਏ ਨੇ, ਜਿਨ੍ਹਾਂ ਦੇ ਮਨ ਬਚਨ ਕਰਮ ਦੇ ਅੰਦਰ ਸੱਚ ਨਹੀਂ ਹੈ, ਰੱਬੀ ਗੁਣ ਨਹੀਂ ਹਨ, ਜਿਹੜੇ ਇਨਸਾਨੀਅਤ ਨਾਲੋਂ ਟੁੱਟ ਗਏ ਨੇ, ਸੱਚ ਨਾਲੋਂ ਟੁੱਟ ਗਏ ਨੇ, ਰੱਬ ਨਾਲੋਂ ਟੁੱਟ ਗਏ ਨੇ, ਉਹ ਲੁਕਾਈ ਕੁੱਤੇ ਮੁਹੀ ਹੋ ਗਈ ਹੈ। ਖਾਜ ਹੁਆ ਮੁਰਦਾਰ ਯਾਨੀ ਵੱਡੀ ਆਦਿਕ ਹਰਾਮ ਚੀਜ਼ਾਂ ਖਾਣੀਆਂ, ਬੇਗਾਨੇ ਹੱਕ ਖਾਣੇ, ਮਾੜੇ ਕਰਮ ਕਰਕੇ ਆਪਣੀ ਖੁਰਾਕ ਪੈਦਾ ਕਰਨੀ, ਇਹ ਉਹਨਾਂ ਦਾ ਸ਼ੌਕ ਹੋ ਗਿਆ ਹੈ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਤੇ ਜਿਵੇਂ ਕੁੱਤੇ ਭੌਂਕਦੇ ਨੇ ਨਾ, ਇੱਕ ਦੂਜੇ ਨਾਲ ਵੱਢਣ ਵੀ ਪੈਂਦੇ ਨੇ ਹੱਡੋ ਰੋੜੇ ਵਿੱਚ, ਤੇ ਕੁੱਤੇ ਫਿਰ ਭੌਂਕਦੇ ਵੀ ਨੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਨੇ ਇਹ ਲੁਕਾਈ ਸਦਾ ਝੂਠ ਬੋਲਦੀ ਹੈ, ਮਾਨੋ ਮੁਰਦਾਰ ਖਾਣ ਵਾਲੇ ਕੁੱਤੇ ਦੀ ਤਰ੍ਹਾਂ ਭੌਂਕ ਰਹੀ ਹੈ। ਕੂੜ ਬੋਲ ਬੋਲ ਭੌਂਕਣਾ, ਇਹ ਭੌਂਕਣੇ ਕੁੱਤੇ ਦੀ ਤਰ੍ਹਾਂ ਝੂਠ ਬੋਲਦੇ ਨੇ।
ਚੂਕਾ ਧਰਮ ਵਿਚਾਰ, ਧਰਮ ਦਾ ਮਤਲਬ ਫਰਜ਼, ਵਿਚਾਰ ਦਾ ਮਤਲਬ ਵਿਚਾਰ। ਇਹਨਾਂ ਦੇ ਅੰਦਰੋਂ ਰੱਬੀ ਗੁਣਾਂ ਦੀ ਵਿਚਾਰ ਮੁੱਕ ਜਾਂਦੀ ਹੈ ਔਰ ਐਸੇ ਲੋਕ ਆਪਣੇ ਫਰਜ਼ਾਂ ਤੋਂ ਭੱਜ ਜਾਂਦੇ ਨੇ। ਜਿਹੜੇ ਰੱਬੀ ਗੁਣਾਂ ਨਾਲੋਂ ਟੁੱਟ ਜਾਣ, ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਝੂਠ ਆ ਜਾਏ, ਉਹ ਆਪਣੇ ਫਰਜ਼ਾਂ ਦੀ ਪਹਿਚਾਨ ਨਹੀਂ ਕਰਦੇ ਔਰ ਉਹਨਾਂ ਦੇ ਅੰਦਰ ਸ਼ੁਭ ਵਿਚਾਰ ਨਹੀਂ ਰਹਿੰਦੇ। ਜਦੋਂ ਅੰਦਰ ਸੱਚ ਨਾ ਰਹੇ, ਆਪਣੇ ਫਰਜ਼ਾਂ ਦੀ ਜਦੋਂ ਕੋਈ ਬੰਦਾ ਪੂਰਤੀ ਨਾ ਕਰੇ, ਤਾਂ ਫਿਰ ਉਸ ਸਮਾਜ ਔਰ ਉਸ ਜ਼ਿੰਦਗੀ ਦੇ ਅੰਦਰ ਕਦੇ ਵੀ ਸ਼ਾਂਤੀ ਨਹੀਂ ਰਹਿੰਦੀ। ਹੁਣ ਰਿਸ਼ਵਤ ਜਿਹੜਾ ਬੰਦਾ ਲੈ ਰਿਹਾ ਹੈ, ਬੇਸ਼ੱਕ ਉਹ ਕਿਸੇ ਗੁਰਦੁਆਰੇ, ਮੰਦਿਰ, ਮਸਜਿਦ ਵਿੱਚ ਮੱਥੇ ਟੇਕਦਾ ਹੋਵੇ, ਬੇਸ਼ੱਕ ਉਹ ਕਿਸੇ ਵੀ ਧਰਮ ਦਾ ਧਾਰਨੀ ਹੋਵੇ ਜਾਂ ਕਿਸੇ ਧਰਮ ਦੇ ਉਹਨੇ ਚਿੰਨ੍ਹ ਧਾਰਨ ਕੀਤੇ ਹੋਣ, ਜੇ ਰਿਸ਼ਵਤ ਲੈਂਦਾ ਹੈ ਤਾਂ ਉਹ ਆਪਣੇ ਫਰਜ਼ ਤੋਂ ਭਗੌੜਾ ਹੈ ਨਾ। ਇਹ ਥੋੜਾ ਫਰਜ਼ ਹੈ ਬੰਦੇ ਦਾ ਕਿ ਜਦੋਂ ਤਨਖਾਹ ਲੈ ਰਿਹਾ ਹੈ ਤੇ ਰਿਸ਼ਵਤ ਲੈ, ਜਾਂ ਆਪਣੇ ਕੰਮ ਨੂੰ ਠੀਕ ਢੰਗ ਦੇ ਨਾਲ ਨਾ ਕਰੇ, ਉਹਨੂੰ ਅਸੀਂ ਧਰਮੀ ਥੋੜਾ ਕਹਿ ਸਕਦੇ ਹਾਂ। ਉਹ ਆਪਣੇ ਫਰਜ਼ਾਂ ਤੋਂ ਭਗੌੜੇ ਹੋ ਜਾਂਦੇ ਨੇ, ਉਹਨਾਂ ਦੇ ਅੰਦਰੋਂ ਵਿਚਾਰ ਮੁੱਕ ਜਾਂਦੀ ਹੈ। ਜਿਨ ਜੀਵੰਦਿਆਂ ਪਤ ਨਹੀਂ, ਮੁਇਆਂ ਮੰਦੀ ਸੋਏ। ਜਿਨ ਦਾ ਮਤਲਬ ਉਹਨਾਂ ਨੂੰ, ਪਤ ਦਾ ਮਤਲਬ ਇੱਜ਼ਤ, ਸੋਏ ਦਾ ਮਤਲਬ ਸ਼ੋਭਾ, ਮੰਦੀ ਸੋਏ ਦਾ ਮਤਲਬ ਕੁਸ਼ੋਭਾ, ਬਦਨਾਮੀ। ਜਿੰਨਾ ਚਿਰ ਐਸੇ ਲੋਕ ਇਸ ਸੰਸਾਰ ਵਿੱਚ ਜਿਉਂਦੇ ਨੇ ਤਾਂ ਉਹਨਾਂ ਨੂੰ ਇੱਜ਼ਤ ਨਹੀਂ ਮਿਲਦੀ, ਤੇ ਜਦੋਂ ਉਹ ਮਰ ਜਾਂਦੇ ਨੇ ਤਾਂ ਵੀ ਉਹਨਾਂ ਨੂੰ ਲੋਕੀ ਚੰਗਾ ਯਾਦ ਨਹੀਂ ਕਰਦੇ, ਭੈੜੇ ਪਾਸਿਓਂ ਯਾਦ ਕਰਦੇ ਨੇ ਕਿ ਫਲਾਂ ਬੰਦਾ ਬੜਾ ਭੈੜਾ ਬੰਦਾ ਸੀ। ਮਰਨ ਤੋਂ ਬਾਅਦ ਵੀ ਉਹਨਾਂ ਦੀ ਕੋਈ ਸ਼ੋਭਾ ਨਹੀਂ ਕਰਦਾ, ਜਿਉਂਦਿਆਂ ਨੂੰ ਵੀ ਇੱਜ਼ਤ ਨਹੀਂ ਮਿਲਦੀ। ਯਾਨੀ ਐਸੇ ਜੋ ਇਨਸਾਨ ਨੇ ਉਹ ਇੱਜ਼ਤ ਦਾ ਪਾਤਰ ਨਹੀਂ ਹਨ। ਤਾਂ ਜੇ ਕੋਈ ਮਾਣ, ਆਦਰ ਔਰ ਸਤਿਕਾਰ ਵਾਲੀ ਜ਼ਿੰਦਗੀ ਜੀਣਾ ਚਾਹੁੰਦਾ ਹੈ ਤਾਂ ਉਹਨੂੰ ਐਸੇ ਕੰਮਾਂ ਤੋਂ ਬਚਣਾ ਚਾਹੀਦਾ ਹੈ। ਲਿਖਿਆ ਹੋਵੇ ਨਾਨਕਾ, ਕਰਤਾ ਕਰੇ ਸੋ ਹੋਏ। ਕਰਤਾ ਕਰੇ ਸੋ ਹੋਏ ਦਾ ਮਤਲਬ ਜੋ ਕੁਛ ਕਰਤਾ ਕਰਦਾ ਹੈ ਉਹੀ ਹੁੰਦਾ ਹੈ, ਰੱਬ ਦੇ ਹੁਕਮ ਦੇ ਵਿੱਚ ਹੁੰਦਾ ਹੈ, ਹੁਕਮ ਤੋਂ ਬਾਹਰ ਕੁਛ ਨਹੀਂ ਹੋਣਾ। ਲਿਖਿਆ ਹੋਵੇ ਦਾ ਮਤਲਬ ਜੋ ਕਿਸੇ ਨੇ ਆਪਣੇ ਅੰਦਰ ਲਿਖਿਆ ਹੁੰਦਾ ਹੈ, ਹੋਵੇ ਦਾ ਮਤਲਬ ਉਹ ਹੀ ਹੁੰਦਾ ਹੈ, ਹੁਕਮ ਦੇ ਅੰਦਰ। ਕਰਤਾ ਕਰੇ ਸੋ ਹੋਏ, ਕਿਉਂਕਿ ਕਰਤੇ ਦਾ ਹੁਕਮ ਹੈ, ਰਜ਼ਾ ਹੈ, ਸਿਸਟਮ ਹੈ, ਭਾਣਾ ਹੈ, ਲਾ ਆਫ ਨੇਚਰ ਹੈ। ਕੋਈ ਵੀ ਵਰਡ ਵਰਤ ਲਓ ਜਿਹਦੇ ਨਾਲ ਤੁਹਾਨੂੰ ਸਮਝ ਆ ਜਾਏ। ਲਿਖਿਆ ਹੋਵੇ ਉਹ ਹੀ ਕੁਛ ਹੁੰਦਾ ਹੈ ਜੋ ਕੁਛ ਲਿਖਿਆ ਹੁੰਦਾ ਹੈ। ਤੇ ਲਿਖਿਆ ਕੀ ਹੈ? ਜੋ ਅਸੀਂ ਆਪਣੇ ਅੰਦਰ ਸੰਸਕਾਰ ਪੈਦਾ ਕੀਤੇ ਨੇ, ਚਾਹੇ ਉਹ ਸੱਚ ਦੇ ਨੇ ਜਾਂ ਉਹ ਝੂਠ ਦੇ ਨੇ। ਸਾਡੇ ਅੰਦਰ ਪ੍ਰੇਮ ਹੈ ਜਾਂ ਈਰਖਾ ਹੈ, ਜਿਹੜੇ ਅਸੀਂ ਅੰਦਰ ਬੀਜ ਰਹੇ ਹਾਂ, ਉਹੋ ਜਿਹੇ ਸਾਡੇ ਅੰਦਰ ਨਿਊਰੋਨਲ ਪੈਟਰਨ ਬਣਦੇ ਜਾ ਰਹੇ ਨੇ, ਉਹੋ ਜਿਹਾ ਸਾਡਾ ਸੁਭਾਅ ਬਣਦਾ ਜਾ ਰਿਹਾ ਹੈ। ਉਸ ਸੁਭਾਅ ਮੁਤਾਬਕ ਅਸੀਂ ਜ਼ਿੰਦਗੀ ਜੀਵਾਂਗੇ, ਉਹਦਾ ਹੀ ਸਾਨੂੰ ਫਲ ਮਿਲੇਗਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੋ ਵੀ ਮਨੁੱਖ ਨੇ ਆਪਣੇ ਜੀਵਨ ਦੇ ਅੰਦਰ ਸੰਸਕਾਰ ਲਿਖੇ ਹੋਏ ਹੁੰਦੇ ਨੇ, ਉਹੋ ਹੀ ਉਗੜਦੇ ਨੇ। ਕਰਤਾਰ ਉਹੀ ਕੁਛ ਕਰਦਾ ਹੈ, ਯਾਨੀ ਕਰਤਾਰੀ ਹੁਕਮ ਦੇ ਅੰਦਰ ਉਹੀ ਕੁਛ ਫਲ ਮਿਲ ਜਾਂਦਾ ਹੈ। ਮਹਿਲਾ ਪਹਿਲਾ, ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ। ਰੰਨਾ ਦਾ ਮਤਲਬ ਇਸਤਰੀਆਂ, ਬੋਧੀਆਂ ਦਾ ਮਤਲਬ ਸਲਾਹਕਾਰ, ਪੁਰਸ਼ ਦਾ ਮਤਲਬ ਬੰਦੇ, ਸਯਾਦ ਦਾ ਮਤਲਬ ਸ਼ਿਕਾਰੀ। ਹੁਣ ਇੱਥੇ ਰੰਨ ਸ਼ਬਦ ਵਰਤਿਆ ਹੈ, ਉਹਦਾ ਕਾਰਨ ਹੈ ਕਿ ਜਦੋਂ ਉੱਚਾ ਸੁੱਚਾ ਆਚਰਨ ਹੋਏ ਨਾ ਕਿਸੇ ਔਰਤ ਦਾ, ਗੁਰੂ ਜੀ ਉਹਦੇ ਵਾਸਤੇ ਸੁਹਾਗਣ ਸ਼ਬਦ ਵਰਤਦੇ ਨੇ। ਤੇ ਜਦੋਂ ਕੋਈ ਬੰਦਾ ਆਚਰਨ ਤੋਂ ਗਿਰਿਆ ਹੋਵੇ ਜਾਂ ਕੁਝ ਗਲਤ ਕਰਦਾ ਹੋਵੇ ਤਾਂ ਉਹਦੇ ਵਾਸਤੇ ਇਹ ਸ਼ਬਦ ਆਮ ਵਰਤਿਆ ਜਾਂਦਾ ਹੈ। ਇਸਤਰੀ, ਰੰਨ ਦਾ ਮਤਲਬ ਇਸਤਰੀ ਹੈ ਸਿਰਫ। ਤਾਂ ਜੋ ਰੱਬ ਦੇ ਨਾਲੋਂ ਟੁੱਟ ਗਏ ਨੇ, ਇਹ ਉਹਨਾਂ ਦੀ ਗੱਲ ਕਰ ਰਹੇ ਨੇ, ਚਾਹੇ ਕੋਈ ਇਸਤਰੀ ਹੈ ਜਾਂ ਪੁਰਸ਼ ਹੈ। ਇਸਤਰੀਆਂ ਔਰ ਪੁਰਸ਼ਾਂ ਦਾ ਜੀਵਨ ਕੈਸਾ ਬਣ ਜਾਂਦਾ ਹੈ ਰੱਬ ਨਾਲੋਂ ਟੁੱਟ ਕੇ। ਰੰਨਾ ਹੋਈਆਂ ਬੋਧੀਆਂ, ਪੁਰਸ਼ ਹੋਏ ਸਯਾਦ। ਸਯਾਦ ਦਾ ਮਤਲਬ ਸ਼ਿਕਾਰੀ, ਸ਼ਿਕਾਰੀ ਬਿਰਤੀ ਹੁੰਦੀ ਹੈ ਜ਼ੁਲਮ ਕਰਨ ਵਾਲੀ। ਤਾਂ ਰੱਬ ਤੋਂ ਵਿਛੜ ਕੇ ਮਨੁੱਖ ਜ਼ਾਲਮ ਹੋ ਰਹੇ ਨੇ, ਬੇਗਾਨੇ ਹੱਕ ਖਾਣੇ, ਦੂਜਿਆਂ ਦੇ ਉੱਤੇ ਅਤਿਆਚਾਰ ਕਰਨਾ। ਤੇ ਰੰਨਾ ਹੋਈਆਂ ਬੋਧੀਆਂ, ਜਨਾਨੀਆਂ ਜਿਹੜੀਆਂ ਔਰਤਾਂ ਨੇ, ਉਹਨਾਂ ਦੀਆਂ ਸਲਾਹਕਾਰ ਬਣ ਗਈਆਂ ਨੇ, ਸਲਾਹਾਂ ਦਿੰਦੀਆਂ ਨੇ ਵੀ ਠੀਕ ਹੈ ਐਵੇਂ ਕਰੋ। ਹੁਣ ਇਹ ਕੁੜੀ ਦੀ ਇਹ ਘਟਨਾ ਹੋਈ ਹੈ ਨਾ ਦਿੱਲੀ, ਔਰਤਾਂ ਸਲਾਹ ਦੇ ਰਹੀਆਂ ਨੇ ਵੀ ਇਹਦਾ ਸਿਰ ਮੁੰਨੋ, ਇਹਦੇ ਨਾਲ ਇੰਜ ਕਰੋ, ਇਹ ਕਰੋ। ਯਾਨੀ ਜਦੋਂ ਰੱਬ ਦੇ ਨਾਲੋਂ ਬੰਦਾ ਟੁੱਟਿਆ ਹੁੰਦਾ ਨਾ, ਜਿਹੜਾ ਬੰਦਾ ਰੱਬ ਨਾਲੋਂ ਟੁੱਟਿਆ ਹੈ, ਉਹ ਸ਼ਿਕਾਰੀ ਬਿਰਤੀ ਵਾਲਾ ਹੋ ਗਿਆ ਹੈ। ਜਿਵੇਂ ਸ਼ੇਰ ਸ਼ਿਕਾਰ ਕਰਦਾ, ਦੂਜਿਆਂ ਨੂੰ ਮਾਰਦਾ ਹੈ, ਜਿਵੇਂ ਬੰਦਾ ਸ਼ਿਕਾਰੀ ਹੈ, ਦੂਜਿਆਂ ਨੂੰ ਗੋਲੀ ਨਾਲ ਮਾਰਦਾ ਹੈ, ਇਸੇ ਤਰ੍ਹਾਂ ਬੰਦਾ ਵੀ ਦੂਜਿਆਂ ਦਾ ਵੈਰੀ ਹੋ ਗਿਆ ਹੈ, ਅਤਿਆਚਾਰੀ, ਬੇਗਾਨੇ ਹੱਕ ਖਾਣੇ, ਬਲਾਤਕਾਰ ਕਰਨੇ, ਚੋਰੀਆਂ ਕਰਨੀਆਂ।
ਤੇ ਰੱਬ ਨਾਲੋਂ ਟੁੱਟੇ ਬੰਦਿਆਂ ਦੀ ਗੱਲ ਹੈ। ਤੇ ਜਿਹੜੀਆਂ ਰੱਬ ਤੋਂ ਟੁੱਟੀਆਂ, ਸੱਚ ਤੋਂ ਟੁੱਟੀਆਂ ਔਰਤਾਂ ਨੇ, ਉਹ ਸਲਾਹਕਾਰ ਬਣ ਜਾਂਦੀਆਂ ਨੇ। ਇਹ ਠੀਕ ਹੈ। ਸੀਲ ਸੰਜਮ ਸੁੱਚ ਭੰਨੀ ਖਾਣਾ ਖਾਜ ਆਹਾਜ। ਤੇ ਜਿਹੜੇ ਸੱਚ ਨਾਲੋਂ ਟੁੱਟ ਗਏ, ਉਹ ਚਾਹੇ ਔਰਤਾਂ ਨੇ ਚਾਹੇ ਪੁਰਸ਼ ਨੇ, ਸੀਲ ਦਾ ਮਤਲਬ ਮਿੱਠਾ ਸੁਭਾਅ, ਸ਼ਾਲੀਨਤਾ, ਸਹਿਨਸ਼ੀਲਤਾ। ਸੰਜਮ ਦਾ ਮਤਲਬ ਜੁਗਤ ਵਿੱਚ ਰਹਿਣਾ, ਮਰਿਆਦਾ ਵਿੱਚ ਰਹਿਣਾ। ਸੋਚ ਦਾ ਮਤਲਬ ਹਿਰਦੇ ਦੀ ਪਵਿੱਤਰਤਾ, ਮੈਂਟੈਲਿਟੀ ਦੀ ਪਵਿੱਤਰਤਾ। ਭੰਨੀ ਦਾ ਮਤਲਬ ਭੱਜ ਗਈ। ਖਾਣਾ ਖਾਜ ਆਹਾਜ, ਆਹਾਜ ਦਾ ਮਤਲਬ ਨਾ ਹਜਮ ਹੋਣ ਵਾਲਾ, ਯਾਨੀ ਹਰਾਮ। ਖਾਜ ਦਾ ਮਤਲਬ ਮਨ ਭਾਉਂਦਾ, ਖਾਜਾ, ਕਿ ਇਹ ਤਾਂ ਸਾਡਾ ਖਾਜਾ ਹੈ, ਮਨ ਭਾਉਂਦਾ। ਤਾਂ ਗੁਰੂ ਜੀ ਕਹਿੰਦੇ ਨੇ, ਜਦੋਂ ਬੰਦਾ ਰੱਬੀ ਗੁਣਾਂ ਨਾਲੋਂ ਟੁੱਟ ਜਾਂਦਾ ਹੈ, ਤਾਂ ਫਿਰ ਜੀਵਨ ਵਿੱਚੋਂ ਮਿੱਠਾ ਸੁਭਾਅ, ਜੁਗਤ ਵਿੱਚ ਰਹਿਣਾ, ਮਾਨਸਿਕਤਾ ਦੀ ਸਫਾਈ, ਇਹ ਸਭ ਗੱਲਾਂ ਦੂਰ ਹੋ ਜਾਂਦੀਆਂ ਨੇ। ਵੱਡੀ ਰਿਸ਼ਵਤਖੋਰੀ, ਹਰਾਮ ਦੇ ਨਾਲ ਮਾਲ, ਇਹਨਾਂ ਲੋਕਾਂ ਦਾ ਮਨ ਪਾਉਣਾ ਖਾਣਾ ਬਣ ਜਾਂਦਾ। ਠੱਗੀ ਮਾਰਨੀ, 2 ਨੰਬਰ ਦੇ ਧੰਦੇ ਕਰਨੇ, ਡੁਪਲੀਕੇਸੀ ਜਾਂ ਹੋਰ ਮਤਲਬ ਰਿਸ਼ਵਤਖੋਰੀ, ਇਹ ਫਿਰ ਇਹਨਾਂ ਲੋਕਾਂ ਦਾ ਖਾਣਾ ਬਣ ਜਾਂਦਾ, ਮਨ ਭਾਉਂਦੇ ਕੰਮ ਬਣ ਜਾਂਦੇ ਨੇ, ਖੁਰਾਕ ਇੱਥੋਂ ਪੈਦਾ ਕਰਦੇ। ਸ਼ਾਲੀਨਤਾ ਖਤਮ ਹੋ ਜਾਂਦੀ ਹੈ, ਮਿੱਠਾ ਸੁਭਾਅ ਖਤਮ ਹੋ ਜਾਂਦਾ ਹੈ, ਜੀਵਨ ਜੁਗਤ ਵਿੱਚ ਨਹੀਂ ਰਹਿੰਦਾ, ਮਾਨਸਿਕਤਾ ਦੀ ਸੋਚ ਦੀ ਪਵਿੱਤਰਤਾ ਨਹੀਂ ਰਹਿੰਦੀ, ਔਰ ਠੱਗੀਆਂ ਮਾਰਨੀਆਂ ਇਹਨਾਂ ਲੋਕਾਂ ਦਾ ਖਾਣਾ ਬਣ ਜਾਂਦਾ। ਬੇਸ਼ੱਕ ਉਹਨਾਂ ਨੇ ਧਾਰਮਿਕ ਕੱਪੜੇ ਵੀ ਬਾਹਰੋਂ ਪਾਏ। ਸ਼ਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ। ਸ਼ਰਮ ਦਾ ਮਤਲਬ ਹਯਾ, ਇੱਜ਼ਤ। ਅਸੀਂ ਕਹਿੰਦੇ ਨਾ, ਕੁਛ ਤੇ ਸ਼ਰਮ ਕਰ, ਚਿੱਟੀ ਤੇਰੀ ਦਾੜੀ ਹੈ, ਸ਼ਰਮ ਕਰ। ਬੱਚਿਆਂ ਨੂੰ ਅਸੀਂ ਕਈ ਵਾਰ ਕਹਿੰਦੇ, ਹੁਣ ਤੇ ਮੂੰਹ ਤੇ ਦਾੜੀ ਆ ਗਈ, ਸ਼ਰਮ ਕਰ। ਕਈ ਦਿਨ ਯਾਰ ਤੂੰ ਪੜ੍ਹਿਆ ਲਿਖਿਆ, ਤੂੰ ਤੇ ਸ਼ਰਮ ਕਰ। ਤਾਂ ਸ਼ਰਮ ਗਿਆ ਕਰ ਆਪਣੇ। ਇਹੋ ਜਿਹੇ ਲੋਕਾਂ ਦੇ ਜੀਵਨ ਚੋਂ ਸ਼ਰਮ ਕਿਤੇ ਚਲੀ ਜਾਂਦੀ ਹੈ, ਸ਼ਰਮ ਨਹੀਂ ਰਹਿੰਦੀ। ਐਸੇ ਲੋਕ ਬੇਸ਼ਰਮ ਹੋ ਜਾਂਦੇ। ਪੱਤ ਉੱਠ ਚੱਲੀ ਨਾਲ, ਤੇ ਇੱਜ਼ਤ ਵੀ ਨਾਲ ਹੀ ਟੁੱਟ ਜਾਂਦੀ। ਜਿੱਥੇ ਸ਼ਰਮ ਹਿਆ ਨਹੀਂ, ਉੱਥੇ ਇੱਜ਼ਤ ਕਿੱਥੇ। ਇੱਜ਼ਤ ਵੀ ਦੂਰ ਦੁਰੀਡੇ, ਯਾਨੀ ਬੇਅਣਖਾ ਔਰ ਬੇਸ਼ਰਮੀ ਵਾਲਾ ਐਸੇ ਲੋਕ ਜੀਵਨ ਜੀਂਦੇ ਨੇ। ਹਯਾ ਕਿਤੇ ਆਪਣੇ ਵਤਨ ਚਲੀ ਗਈ ਹੈ, ਯਾਨੀ ਉਹਨਾਂ ਤੋਂ ਸ਼ਰਮ ਦੂਰ ਹੋ ਗਈ ਹੈ, ਸ਼ਰਮ ਹਯਾ ਉਹਨਾਂ ਦੇ ਨੇੜੇ ਨਹੀਂ ਰਹਿੰਦੀ। ਔਰ ਅਣਖ ਵੀ ਸ਼ਰਮ ਹਯਾ ਦੇ ਨਾਲ ਹੀ ਚਲੀ ਜਾਂਦੀ ਹੈ। ਪੱਤ ਇੱਜ਼ਤ ਵੀ ਚਲੀ ਜਾਂਦੀ ਹੈ। ਨਾ ਉਹਨਾਂ ਨੂੰ ਕੋਈ ਇੱਜ਼ਤ ਦੀ ਪਰਵਾਹ ਹੁੰਦੀ ਹੈ, ਨਾ ਉਹਨਾਂ ਨੂੰ ਕੋਈ ਸ਼ਰਮ ਹੁੰਦੀ ਹੈ। ਐਸੀ ਜ਼ਿੰਦਗੀ ਜੀਂਦੇ ਨੇ। ਹੁਣ ਐਸੇ ਗੁਣ ਲੱਭਣ ਕਿੱਥੋਂ? ਉਹਦੇ ਵਾਸਤੇ ਗੁਰੂ ਜੀ ਹੱਲ ਦੱਸ ਰਹੇ ਨੇ। ਨਾਨਕ ਸੱਚਾ ਏਕ ਹੈ, ਔਰ ਨਾ ਸੱਚਾ ਭਾਲ। ਭਾਲ ਦਾ ਮਤਲਬ ਲੱਭ। ਕਿ ਇਹ ਨਾਨਕ ਜੇ ਸੀਲ ਸੰਜਮ ਸੋਚ ਆਦਿਕ ਗੁਣ ਲੱਭਣੇ ਨੇ, ਜੇ ਸ਼ਰਮ ਹਯਾ ਲੱਭਣੀ ਹੈ, ਜੇ ਇੱਜ਼ਤ ਵਾਲੀ ਜ਼ਿੰਦਗੀ ਜੀਣੀ ਹੈ, ਤਾਂ ਨਾਨਕ ਸੱਚਾ ਏਕ ਹੈ। ਇੱਕ ਰੱਬ ਹੀ ਸੱਚਾ ਹੈ, ਜਿੱਥੋਂ ਤੈਨੂੰ ਇਹ ਸਾਰੀਆਂ ਚੀਜ਼ਾਂ ਮਿਲ ਸਕਦੀਆਂ ਨੇ। ਜੇ ਤੂੰ ਰੱਬ ਦੇ ਨਾਲ ਜੁੜ ਜਾਏ, ਸੱਚ ਦੇ ਨਾਲ ਜੁੜ ਜਾਏ, ਰੱਬੀ ਗੁਣਾਂ ਦੇ ਨਾਲ ਜੁੜੇ, ਤਾਂ ਤੇਰੀ ਜ਼ਿੰਦਗੀ ਦੇ ਅੰਦਰ ਇਹ ਗੁਣ ਆ ਸਕਦੇ ਨੇ। ਸ਼ਰਮ ਵੀ, ਹਯਾ ਵੀ, ਧਰਮ ਵੀ, ਪੱਤ ਵੀ, ਇੱਜ਼ਤ ਵੀ, ਮਾਣ ਵੀ, ਸਤਕਾਰ ਵੀ, ਪਿਆਰ ਵੀ, ਮੁਹੱਬਤ ਵੀ, ਆਤਮਿਕ ਜੀਵਨ ਵੀ, ਇਨਸਾਨੀਅਤ ਵੀ, ਪ੍ਰਭੂ ਦਾ ਮਿਲਾਪ ਵੀ, ਸਾਰਾ ਕੁਝ ਮਿਲ ਸਕਦਾ ਹੈ। ਇੱਕ ਸੱਚਾ ਹੈ, ਸਿਰਫ ਇੱਕ ਤੋਂ ਮਿਲ ਸਕਦਾ ਹੈ, ਹੋਰ ਕਿਤੋਂ ਨਹੀਂ। ਔਰ ਨਾ ਸੱਚਾ ਭਾਲ। ਪ੍ਰਭੂ ਤੋਂ ਬਿਨਾ ਹੋਰ ਕਿਤੇ ਥਾਂ ਇਹ ਗੁਣ ਨਹੀਂ ਲੱਭਣੇ। ਹੋਰ ਨਾ ਲੱਭਦਾ ਫਿਰ। ਤੀਰਥਾਂ ਤੇ, ਵਰਤ ਨਰਾਤੇ, ਸਰਾਧ, ਜੰਗਲਾਂ ਵਿੱਚ, ਗੁਫਾਵਾਂ ਦੇ ਵਿੱਚ, ਦਸਮ ਦੁਆਰ ਵਿੱਚ ਪ੍ਰਾਣ ਚੜਾ ਕੇ, ਮਾਲਾ ਫੇਰ ਕੇ, ਬਾਬਿਆਂ ਕੋਲ ਜਾ ਕੇ, ਹੋਰ ਕਿਤੇ ਨਹੀਂ ਲੱਭਣੇ। ਸੱਚਾ ਇੱਕ ਰੱਬ ਹੀ ਹੈ। ਰੱਬ ਦੇ ਚਰਨਾਂ ਦੇ ਨਾਲ ਜੁੜਤੇ ਉਹ ਤੇਰੇ ਅੰਦਰ ਹੈ, ਤੇ ਉਹ ਮਿਲੇਗਾ ਗੁਰੂ ਰਹਿਮਤ ਨਾਲ, ਗੁਰੂ ਗਿਆਨ ਮੁਤਾਬਕ। ਬਾਹਰ ਭਸਮ ਲੇਪਨ ਕਰੇ, ਅੰਤਰ ਗੁਬਾਰੀ। ਬਾਹਰ ਦਾ ਮਤਲਬ ਸਰੀਰ ਤੇ ਭਸਮ ਦਾ ਮਤਲਬ ਸਵਾ, ਅੰਤਰ ਦਾ ਮਤਲਬ ਮਨ ਵਿੱਚ, ਗੁਬਾਰੀ ਦਾ ਮਤਲਬ ਹਨੇਰਾ। ਜੋ ਮਨੁੱਖ ਪਿੰਡੇ ਤੇ ਤਾਂ ਸਵਾਹ ਮਲ ਲੈਂਦਾ ਹੈ, ਲੇਕਿਨ ਉਹਦੇ ਅੰਦਰ ਮਾਇਆ ਦਾ ਗੁਬਾਰ ਹੈ। ਪਿੰਡੇ ਤੇ ਰਾਖ ਮਲੀ ਹੋਈ ਹੈ। ਇੱਕ ਵਾਰੀ ਮੈਂ ਅਘੋਰੀ ਬਾਬਿਆਂ ਦਾ ਥੋੜਾ ਇੰਟਰਵਿਊ ਸੁਣ ਰਿਹਾ ਸੀ। ਉਹਨਾਂ ਤੋਂ ਪੁੱਛਿਆ ਵੀ ਸਵਾਹ ਤੁਸੀਂ ਕਿਉਂ ਮਿਲਦੇ ਹੋ, ਜਾਂ ਬੰਦਿਆਂ ਦੀਆਂ ਹੱਡੀਆਂ ਜਿਨ੍ਹਾਂ ਦੇ ਮੁਰਦੇ ਸਾੜੇ ਹੁੰਦੇ ਨੇ, ਉਹਨਾਂ ਹੱਡੀਆਂ ਨੂੰ ਲਿਆ ਕੇ ਪੀ ਕੇ ਪਾਣੀ ਚ ਪਾ ਕੇ ਉਹਨੂੰ ਆਪਣੇ ਪਿੰਡੇ ਤੇ ਕਿਉਂ ਮਲਦੇ ਹੋ? ਉਹ ਕਹਿੰਦੇ ਇੱਕ ਤਾਂ ਐਂਟੀ ਬੈਕਟੀਰੀਅਲ ਹੁੰਦੀ ਹੈ ਸਵਾਹ ਵਗੈਰਾ, ਤੇ ਦੂਜਾ ਇਹਦੇ ਨਾਲ ਸਾਨੂੰ ਸਰਦੀ ਨਹੀਂ ਲੱਗਦੀ, ਤੇ ਤੀਜਾ ਸਾਡਾ ਰੂਪ ਵਿੰਗੜਿਆ ਹੁੰਦਾ, ਤੇ ਔਰਤਾਂ ਸਾਡੇ ਵੱਲ ਮਾੜੀ ਨਜ਼ਰ ਨਾਲ ਨਹੀਂ ਵਹਿੰਦੀਆਂ। ਐਵੇਂ ਦਾ ਉਹਨਾਂ ਦਾ ਆਪਣਾ। ਹੁਣ ਗੱਲ ਸਵਾਹ ਮਲਣ ਦੀ ਨਹੀਂ ਹੈ, ਬਾਹਰ ਤੇ ਸਵਾਹ ਮਲੀ ਹੈ। ਔਰ ਉਹਦਾ ਭਾਵ ਇਹ ਵੀ ਲੈਂਦੇ ਨੇ ਕਿ ਅਸੀਂ ਸਾਰੀ ਸੰਸਾਰ ਨੂੰ ਰਾਖ ਜਾਣਦੇ ਹਾਂ,
ਅਸੀਂ ਤਾਂ ਇਸ ਸਰੀਰ ਨੂੰ ਰਾਖ ਦੇ ਬਰਾਬਰ ਸਮਝਦੇ ਹਾਂ, ਸਰੀਰ ਦੀ ਜੀਵਨ ਦੀ ਕੋਈ ਵੈਲਿਊ ਨਹੀਂ ਸਮਝਦੇ, ਸਾਡਾ ਮੋਹ ਨਹੀਂ, ਐਵੇਂ ਵੀ ਭਾਵ ਲੈਂਦੇ ਨੇ। ਪਰ ਗੁਰੂ ਜੀ ਕਹਿੰਦੇ ਨੇ ਸਰੀਰ ਤੇ ਬਾਹਰ ਤਾਂ ਮਲੀ ਹੋਈ ਹੈ ਸਵਾ, ਸਾਧੂ ਬਣਿਆ ਹੋਇਆ ਹੈ, ਪਰ ਅੰਦਰ ਕੋਪ ਹਨੇਰਾ ਹੈ ਅਗਿਆਨਤਾ ਦਾ, ਅੰਦਰ ਮਾਇਆ ਦਾ ਹਨੇਰਾ ਹੈ, ਮਾਨਸਿਕਤਾ ਦੇ ਵਿੱਚ ਮਾੜੇ ਕਰਮ ਨੇ, ਬਾਹਰੋਂ ਭੇਖ ਧਾਰਮਿਕ ਹੈ। ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ। ਖਿੰਥਾ ਦਾ ਮਤਲਬ ਗੋਦੜੀ, ਕਫਣੀ, ਜੋ ਆਮ ਜੋਗੀ ਲੋਕ ਪਾਉਂਦੇ ਨੇ। ਤਾਂ ਬਾਹਰ ਗੋਦੜੀ ਔਰ ਝੋਲੀ ਆਦਿਕ ਹੈ, ਕਈ ਭੇਖ ਕਰਦਾ ਹੈ। ਬਾਹਰ ਖਿੰਥਾ ਝੋਲੀ ਬਹੁ ਭੇਖ ਕਰੇ, ਗੋਦੜੀ ਲਈ ਹੈ, ਝੋਲੀ ਲਈ ਹੈ, ਬੜੇ ਭੇਖ ਬਣਾਉਂਦਾ ਹੈ। ਦੁਰਮਤ ਅਹੰਕਾਰੀ, ਦੁਰਮਤ ਦਾ ਮਤਲਬ ਮਤ ਖੋਟੀ ਹੈ ਔਰ ਹੰਕਾਰ ਵਿੱਚ ਭਰਿਆ ਹੋਇਆ ਹੈ। ਮਾੜੇ ਕਰਮ ਕਰ ਰਿਹਾ ਹੈ, ਭੇਖ ਧਾਰਮਿਕ ਪਾਇਆ ਹੋਇਆ ਹੈ, ਖੋਟੀ ਮਤ ਹੈ, ਹੰਕਾਰ ਦੇ ਨਾਲ ਆਫਰਿਆ ਹੋਇਆ ਹੈ ਅੰਦਰੋਂ। ਸਾਹਿਬ ਸ਼ਬਦ ਨਾ ਉਚਰੇ ਮਾਇਆ ਮੋਹ ਪਸਾਰੀ। ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਨਹੀਂ ਉਚਾਰਦਾ, ਰੱਬੀ ਗੁਣਾਂ ਦਾ ਧਾਰਨੀ ਨਹੀਂ ਹੁੰਦਾ, ਰੱਬੀ ਗੁਣਾਂ ਨੂੰ ਇੰਪਲੀਮੈਂਟ ਨਹੀਂ ਕਰਦਾ। ਮਾਇਆ ਮੋਹ ਪਸਾਰੀ, ਮਾਇਆ ਦੇ ਮੋਹ ਦੇ ਖਿਲਾਰੇ ਖਿਲਾਰੀ ਬੈਠਾ ਹੈ। ਤੇ ਮਾਇਆ ਕੀ ਹੈ? ਸਾਡੀ ਸੋਚ। ਮਾਇਆ ਬਾਰੇ ਆਪਾਂ ਬਹੁਤ ਵਾਰੀ ਵਿਚਾਰ ਕਰ ਚੁੱਕੇ ਹਾਂ। ਉਹ ਮਾੜੀ ਸੋਚ ਦੇ ਖਿਲਾਰੇ ਖਿਲਾਰੀ ਬੈਠਾ ਹੈ। ਅੰਤਰ ਲਾਲਚ ਭਰਮ ਹੈ, ਭਰਮੈ ਗਾਵਾਰੀ। ਭਰਮ ਦਾ ਮਤਲਬ ਭਟਕਣਾ, ਭਰਮੈ ਦਾ ਮਤਲਬ ਭਟਕਦਾ ਹੈ, ਠੇਡੇ ਖਾਂਦਾ ਹੈ। ਗਵਾਰੀ ਦਾ ਮਤਲਬ ਮੂਰਖ ਮਨੁੱਖ। ਉਸ ਤੇ ਮਨ ਵਿੱਚ ਲਾਲਚ ਹੈ, ਮਨ ਭਟਕ ਰਿਹਾ ਹੈ, ਔਰ ਮੂਰਖ ਮਨੁੱਖ ਹੈ, ਦੁਨੀਆ ਦੇ ਅੰਦਰ ਠੇਡੇ ਖਾਂਦਾ ਫਿਰਦਾ ਹੈ। ਉਹਦੇ ਮਨ ਵਿੱਚ ਲਾਲਚ ਹੈ, ਮਨ ਦੇ ਅੰਦਰ ਭਰਮ ਭੁਲੇਖੇ ਨੇ, ਔਰ ਇਸ ਸੰਸਾਰ ਦੇ ਅੰਦਰ ਅਗਿਆਨਤਾ ਵਸ ਕਰਮ ਕਾਂਡਾਂ ਦੇ ਔਰ ਦੁੱਖਾਂ ਦੇ ਠੇਡੇ ਖਾਂਦਾ ਫਿਰਦਾ ਹੈ। ਨਾਨਕ ਨਾਮ ਨਾ ਚੇਤਈ, ਜੂਏ ਬਾਜੀ ਹਾਰੀ। ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਰੱਬੀ ਹੁਕਮ। ਚੇਤਈ ਦਾ ਮਤਲਬ ਚੇਤੇ ਕਰਨਾ। ਜੋ ਰੱਬੀ ਗੁਣਾਂ ਨੂੰ ਚੇਤੇ ਨਹੀਂ ਕਰਦਾ, ਰੱਬੀ ਗੁਣਾਂ ਨੂੰ ਜ਼ਿੰਦਗੀ ਵਿੱਚ ਇੰਪਲੀਮੈਂਟ ਨਹੀਂ ਕਰਦਾ, ਰੱਬੀ ਹੁਕਮ ਉਹਨੂੰ ਚੇਤੇ ਨਹੀਂ ਹੈ, ਜੂਏ ਬਾਜੀ ਹਾਰੀ, ਤਾਂ ਸਮਝ ਲਓ ਉਹਨੇ ਆਪਣੇ ਜੀਵਨ ਦੀ ਬਾਜੀ ਨੂੰ ਜੂਏ ਦੇ ਅੰਦਰ ਹਾਰ ਦਿੱਤਾ ਹੈ। ਉਹ ਉਸ ਜੁਆਰੀ ਦੀ ਤਰ੍ਹਾਂ ਹੈ, ਜਿਹੜਾ ਜੁਆਰੀ ਆਪਣੇ ਜੀਵਨ ਦੀ ਸਾਰੀ ਰਾਸ ਪੂੰਜੀ ਜੂਏ ਦੇ ਅੰਦਰ ਹਾਰ ਗਿਆ ਹੈ। ਉਹ ਬੰਦਾ ਉਸ ਮਨੁੱਖ ਵਰਗਾ ਹੈ ਜੋ ਜੂਏ ਦੇ ਅੰਦਰ ਆਪਣੀ ਸਾਰੀ ਰਾਸ ਪੂੰਜੀ ਹਾਰ ਬੈਠਾ ਹੈ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਨੇ ਕਿ ਜੇ ਰੱਬੀ ਹੁਕਮ ਦੇ ਨਾਲ ਚਿੱਤ ਨਹੀਂ, ਰੱਬੀ ਹੁਕਮ ਵਿੱਚ ਬੰਦਾ ਜ਼ਿੰਦਗੀ ਨਹੀਂ ਜੀਂਦਾ, ਔਰ ਜੋ ਬੰਦਾ ਰੱਬੀ ਗੁਣਾਂ ਨੂੰ ਵਿਸਾਰ ਦਿੰਦਾ ਹੈ, ਉਹ ਆਪਣੇ ਜੀਵਨ ਨੂੰ ਜੂਏ ਦੇ ਅੰਦਰ ਹਾਰ ਜਾਂਦਾ ਹੈ। ਜੀਵਨ ਦੇ ਅੰਦਰ ਕਦੇ ਵੀ ਉਹ ਸਫਲ ਨਹੀਂ ਹੁੰਦਾ। ਤਾਂ ਸਾਨੂੰ ਚਾਹੀਦਾ ਹੈ ਅਸੀਂ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਭਾਈ ਆਪ ਪੜ੍ਹੀਏ, ਗੁਰਬਾਣੀ ਦੇ ਅਰਥ ਭਾਵ ਅਸੀਂ ਆਪ ਵਿਚਾਰੀਏ, ਔਰ ਗੁਰਬਾਣੀ ਤੇ ਅਮਲ ਕਰਕੇ ਆਪਣੇ ਇਸ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ। ਕਿਉਂਕਿ ਅਸੀਂ ਪਾਵਨ ਬਾਣੀ ਪੜ੍ਹ ਕੇ, ਸੁਣ ਕੇ, ਇਹ ਗੱਲ ਤਾਂ ਸਾਡੀ ਸਮਝ ਵਿੱਚ ਪੱਕੀ ਹੁਣ ਬਹਿ ਹੀ ਗਈ ਹੈ ਨਾ, ਕਿ ਵਿਖਾਵੇ ਦੇ ਜੀਵਨ ਨੂੰ ਧਰਮ ਨਹੀਂ ਕਹਿੰਦੇ। ਵਿਖਾਵੇ ਦੇ ਜੀਵਨ ਦੇ ਨਾਲ ਕਦੇ ਸ਼ਾਂਤੀ ਨਹੀਂ ਮਿਲਦੀ, ਵਿਖਾਵੇ ਦੇ ਜੀਵਨ ਦੇ ਨਾਲ ਕਦੇ ਆਤਮਿਕ ਉੱਚਤਾ ਹਾਸਲ ਨਹੀਂ ਹੁੰਦੀ। ਮਨ, ਬਚਨ ਔਰ ਕਰਮ ਕਰਕੇ ਸੱਚੀ ਜ਼ਿੰਦਗੀ ਜੋ ਬੰਦਾ ਜੀਵੇਗਾ, ਉਹ ਜੀਵਨ ਦੇ ਅੰਦਰ ਕਾਮਯਾਬ ਹੋਊਗਾ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਅਨਮਿਊਟ ਹੋ ਕੇ ਸਵਾਲ ਪੁੱਛ ਸਕਦੇ ਹੋ। ਜੇ ਕਿਸੇ ਵੀਰ ਭੈਣ ਨੇ ਆਪਣਾ ਵਿਚਾਰ ਦੇਣਾ ਹੈ ਤਾਂ ਵਿਚਾਰ ਦੇ ਸਕਦੇ ਹੋ। ਕਲਾਸ ਦੀ ਜੋ ਅਗਲੀ ਕਾਰਵਾਈ ਹੈ ਉਹ ਸਤਿਕਾਰਯੋਗ ਭੈਣ ਦਵਿੰਦਰ ਕੌਰ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ